ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 14 ਤੇ ਇੱਕ ਪੈਰਾ ਹੋਇਆ ਸੀ। ਹੁਣ ਦੂਸਰਾ ਸ਼ਬਦ ਹੈ ਸ਼੍ਰੀ ਰਾਗ ਮਹਿਲਾ ਪਹਿਲਾ। ਰਾਗ ਦਾ ਨਾਮ ਹੈ ਸ਼੍ਰੀ ਰਾਗ। ਮਹਿਲਾ ਪਹਿਲਾ ਪਾ ਗੁਰੂ ਨਾਨਕ ਦੇਵ ਦੀ ਬਾਣੀ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਨ ਅਪਿਆਓ, ਚੰਦ ਸੂਰਜ ਦੋਏ ਗੁਫੈ ਨਾ ਦੇਖਾਂ, ਸੁਪਨੇ ਸੌਣ ਨ ਥਾਉ, ਭੀ ਤੇਰੀ ਕੀਮਤ ਨਾ ਪਵੈ, ਹੋਂ ਕੇਵਡ ਆਖਾਂ ਨਾਉ। ਗੁਰੂ ਮਹਾਰਾਜ ਕਹਿੰਦੇ ਕਿ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਬਹੁਤ ਵੱਡਾ ਹੈ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਚਾਹੇ ਕੋਟ ਕੋਟੀ ਮੇਰੀ ਆਰਜਾ, ਕੋਟ ਕੋਟੀ ਮਨੇ ਕਰੋੜਾਂ ਸਾਲ, ਆਰਜਾ ਹੁੰਦੀ ਹੈ ਉਮਰ, ਪਵਨ ਹਵਾ, ਪੀਣ ਪਾਣੀ, ਅਪਿਆਉ ਭੋਜਨ। ਕਹਿੰਦੇ ਕਰੋੜਾਂ ਸਾਲ ਮੇਰੀ ਉਮਰ ਹੋਵੇ ਅਤੇ ਹਵਾ ਜਿਹੜੀ ਹੈ ਇਹ ਮੇਰਾ ਖਾਣ ਪੀਣ ਹੋਵੇ। ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਮੈਂ ਕਿਸੇ ਗੁਫਾ 'ਚ ਬੈਠਾ ਹਾਂ, ਨਾ ਚੰਦ ਵੇਖਾਂ ਨਾ ਸੂਰਜ ਵੇਖਾਂ, ਭਾਵ ਨਾ ਦਿਨ ਵੇਖਾਂ ਨਾ ਰਾਤ ਵੇਖਾਂ। ਸੁਪਨੇ ਸੌਣ ਨਾ ਥਾਉ, ਅਤੇ ਸੁਪਨੇ ਵਿੱਚ ਵੀ ਮੈਨੂੰ ਸੌਣ ਦਾ ਮੌਕਾ ਨਾ ਮਿਲੇ, ਭਾਵ ਮੈਂ ਹਰ ਵਕਤ ਜਾਗ ਕੇ ਤੇਰਾ ਨਾਮ ਜਪਦਾ ਰਹਾਂ, ਤੇਰੇ ਨਾਮ ਦੀ ਵਡਿਆਈ ਕਰਦਾ ਰਹਾਂ, ਵੀ ਤੇਰੀ ਕੀਮਤ ਨਾ ਪਵੇ, ਫਿਰ ਵੀ ਮੈਂ ਤੇਰੇ ਨਾਮ ਦੀ ਕੀਮਤ ਨਹੀਂ ਪਾ ਸਕਦਾ। ਹਾਂ ਕੇਵਡ ਆਖਾਂ ਨੋ, ਮੈਂ ਨਾਮ ਨੂੰ ਭਾਵੇਂ ਕਿੱਡਾ ਵੱਡਾ ਪਿਆ ਖਾਂ, ਤੇਰੇ ਨਾਮ ਦੀ ਕੀਮਤ ਪਾਈ ਨਹੀਂ ਜਾ ਸਕਦੀ, ਕਿਉਂਕਿ ਨਾਮ ਏਡਾ ਵੱਡਾ ਹੈ। ਨਾਮ ਦਾ ਪਰਮਾਤਮਾ ਵੱਡਾ ਗਿਣਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੂੰ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਕੀ ਪਰਮਾਤਮਾ ਤੋਂ ਵੀ ਕੋਈ ਵੱਡਾ ਹੈ? ਗੁਰੂ ਮਹਾਰਾਜ ਕਹਿੰਦੇ ਹਾਂ ਹੈ। ਸੁਣਨ ਵਾਲੇ ਬੜੇ ਹੈਰਾਨ ਹੋਏ। ਕਹਿੰਦੇ ਜੀ ਪਰਮਾਤਮਾ ਤੋਂ ਵੱਡਾ ਕੌਣ ਹੈ? ਕਹਿੰਦੇ ਪਰਮਾਤਮਾ ਤੋਂ ਵੱਡਾ ਉਸ ਦਾ ਨਾਮ ਹੈ। ਨਾਮ ਦੇ ਨਾਲ ਪਰਮਾਤਮਾ ਨੂੰ ਵਸ 'ਚ ਕੀਤਾ ਜਾ ਸਕਦਾ ਹੈ। ਸੋ ਜਿਹਦੇ ਨਾਲ ਕਿਸੇ ਨੂੰ ਵਸ 'ਚ ਕੀਤਾ ਜਾ ਸਕਦਾ ਫਿਰ ਉਹ ਵੱਡਾ ਹੈ ਨਾ। ਇਸ ਲਈ ਪਰਮਾਤਮਾ ਦਾ ਨਾਮ ਪਰਮਾਤਮਾ ਤੋਂ ਵੀ ਵੱਡਾ ਹੈ। ਇਸ ਲਈ ਕਹਿੰਦੇ ਮੈਂ ਕਰੋੜਾਂ ਸਾਲ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦਾ ਰਹਾਂ। ਫਿਰ ਕਹਿੰਦੇ ਮੈਂ ਰੋਟੀ ਪਾਣੀ ਦੀ ਥਾਂ 'ਤੇ ਹਵਾ ਪੀਵਾਂ, ਭਾਵ ਮੈਂ ਰੋਟੀ ਪਾਣੀ ਵੀ ਨਾ ਖਾਵਾਂ, ਹਵਾ 'ਤੇ ਗੁਜ਼ਾਰਾ ਕਰਾਂ। ਚੰਨ ਸੂਰਜ ਵੀ ਮੈਂ ਨਾ ਦੇਖਾਂ, ਗੁਫਾ 'ਚ ਬੈਠ ਕੇ ਨਾਮ ਜਪਦਾ ਰਹਾਂ। ਸੁਪਨੇ 'ਚ ਵੀ ਮੈਨੂੰ ਸੌਣ ਨੂੰ ਥਾਂ ਸਮਾਂ ਨਾ ਮਿਲੇ, ਭਾਵ ਮੈਂ ਸੁਪਨੇ 'ਚ ਵੀ ਨਾ ਸਮਾਂ, ਵੀ ਤੇਰੀ ਕੀਮਤ ਨਾ ਪਏ, ਭਾਵੇਂ ਇੰਨੇ ਸਾਲ ਇੰਨਾ ਸਮਾਂ ਮੈਂ ਤੇਰੇ ਨਾਮ ਦੀ ਸਿਫਤ ਸਲਾਹ ਕਰਦਾ ਰਹਾਂ, ਤੇਰੀ ਕਹਿੰਦੇ ਕੀਮਤ ਪੈ ਹੀ ਨਹੀਂ ਸਕਦੀ। ਇਸ ਲਈ ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ। ਸਾਚਾ ਨਿਰੰਕਾਰ ਨਿਜ ਥਾਈ, ਸੁਣ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ ਰਹਾਓ। ਸਾਚਾ ਨਿਰੰਕਾਰ ਨਿਜ ਥਾਂ, ਨਿਜ ਹੁੰਦੀ ਆਪਣੀ ਥਾਂ, ਅਤੇ ਪਰਮਾਤਮਾ ਦੀ ਆਪਣੀ ਥਾਂ ਹੈ ਸੱਚਖੰਡ। ਸਤ ਸੰਗਤ ਨੂੰ ਵੀ ਸੱਚਖੰਡ ਕਿਹਾ ਗਿਆ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਰਮਾਤਮਾ ਸੰਗਤ ਦੇ ਵਿੱਚ ਵੀ ਵਸਦਾ ਹੈ। ਇੱਕ ਵਾਰ ਨਾਰਦ ਜੀ ਵਿਸ਼ਨੂੰ ਮਹਾਰਾਜ ਨੂੰ ਮਿਲਣ ਚਲੇ ਗਏ। ਵਿਸ਼ਨੂੰ ਮਹਾਰਾਜ ਘਰ ਨਹੀਂ ਸਨ।
ਹੁਣ ਉਹਨਾਂ ਦੀ ਘਰ ਵਾਲੀ ਨੂੰ ਪੁੱਛਦੇ ਨੇ ਨਾਰਦ ਜੀ ਵੀ ਵਿਸ਼ਨੂੰ ਮਹਾਰਾਜ ਕਿੱਥੇ ਗਏ? ਕਿ ਨਾਰਦ ਜੀ ਮੈਨੂੰ ਤਾਂ ਦੱਸ ਕੇ ਨਹੀਂ ਗਏ, ਬਾਕੀ ਤੁਹਾਡੀ ਦਿਵ ਦ੍ਰਿਸ਼ਟੀ ਖੁੱਲ੍ਹੀ, ਦੇਖ ਲਓ ਕਿੱਥੇ ਨੇ। ਨਾਰਦ ਜੀ ਨਿਗਾਹ ਮਾਰੀ ਹਿਮਾਲਾ ਪਰਬਤ 'ਤੇ, ਕਿਸੇ ਗੁਫਾ 'ਚ ਨਹੀਂ ਦਿਸੇ। ਜੰਗਲਾਂ ਵੱਲ ਨਿਗਾਹ ਮਾਰੀ, ਕਿਸੇ ਜੰਗਲ 'ਚ ਨਹੀਂ ਦਿਸੇ। ਬਥੇਰੀਆਂ ਥਾਵਾਂ ਵੱਲ ਨਿਗਾਹ ਮਾਰੀ, ਕਿਤੇ ਵੀ ਵਿਸ਼ਨੂੰ ਮਹਾਰਾਜ ਨਹੀਂ ਦੱਸੇ। ਫਿਰ ਇੱਕ ਥਾਂ ਸਤ ਸੰਗਤ ਹੋ ਰਹੀ ਸੀ, ਉੱਧਰ ਨਿਗਾਹ ਮਾਰੀ, ਕੀ ਦੇਖਦੇ ਹੋ? ਸਾਰੇ ਤੋਂ ਪਿੱਛੇ ਵਿਸ਼ਨੂੰ ਮਹਾਰਾਜ ਉੱਥੇ ਸਤਸੰਗ 'ਚ ਬੈਠੇ ਨੇ। ਨਾਰਦ ਜੀ ਉਹਨਾਂ ਕੋਲ ਚਲੇ ਗਏ। ਕਹਿੰਦੇ ਜੀ ਮੈਂ ਤੈਨੂੰ ਬੜਾ ਲੱਭਿਆ, ਮਸਾਂ ਤੁਸੀਂ ਲੱਭੇ ਹੋ। ਕਹਿੰਦੇ ਭਾਈ ਜਦੋਂ ਵੀ ਸਾਨੂੰ ਲੱਭਣਾ ਹੋਵੇ ਅਸੀਂ ਸਤਸੰਗ 'ਚ ਹੁੰਦੇ, ਸਾਨੂੰ ਉੱਥੇ ਲੱਭ ਲਿਆ ਕਰੋ। ਸੋ ਇਸ ਲਈ ਪਰਮਾਤਮਾ ਨੂੰ ਜੇ ਲੱਭਣਾ ਹੈ ਤਾਂ ਪਰਮਾਤਮਾ ਸਤ ਸੰਗਤ ਦੇ ਵਿੱਚ ਹੁੰਦਾ ਹੈ। ਬਾਕੀ ਪਰਮਾਤਮਾ ਸੱਚਖੰਡ 'ਚ ਤਾਂ ਹੈ ਹੀ ਹੈ, ਹਰ ਇੱਕ ਦੇ ਹਿਰਦੇ ਵਿੱਚ ਵੀ ਹੈ, ਪਰ ਕਈ ਥਾਵਾਂ 'ਤੇ ਪ੍ਰਗਟ ਰੂਪ 'ਚ ਹੁੰਦਾ ਹੈ ਪਰਮਾਤਮਾ। ਸੋ ਪਰਮਾਤਮਾ ਨੂੰ ਜੇ ਮਿਲਣਾ ਹੈ ਤਾਂ ਸਤ ਸੰਗਤ ਰਾਹੀਂ ਮਿਲਿਆ ਜਾ ਸਕਦਾ, ਨਾਮ ਜਪ ਕੇ ਮਿਲਿਆ ਜਾ ਸਕਦਾ ਹੈ। ਸੋ ਪਰਮਾਤਮਾ ਤਾਂ ਆਪਣੀ ਥਾਂ 'ਤੇ ਹੈ, ਆਪਣੇ ਨਿੱਜ ਸਥਾਨ 'ਤੇ ਹੈ। ਸਾਚਾ ਨਿਰੰਕਾਰ, ਨਿਰੰਕਾਰ ਦਾ ਨਿਰਆਕਾਰ ਭਾਵ ਪਰਮਾਤਮਾ ਜੋ ਸਦਾ ਰਹਿਣ ਵਾਲਾ ਹੈ, ਉਹ ਆਪਣੇ ਸਥਾਨ ਭਾਵ ਸੱਚਖੰਡ 'ਚ ਹੈ। ਸੁਣ ਸੁਣ ਆਖਣ ਆਖਣ, ਆਪਾਂ ਇੱਕ ਦੂਜੇ ਤੋਂ ਸੁਣ ਸੁਣ ਕੇ ਉਹਦੇ ਬਾਰੇ ਕਹਿੰਦੇ ਹਾਂ। ਆਪਾਂ ਨੂੰ ਆਪ ਪਰਮਾਤਮਾ ਦਾ ਨਹੀਂ ਪਤਾ, ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ। ਆਪਾਂ ਤਾਂ ਬਾਣੀ 'ਚ ਪੜ੍ਹਿਆ, ਸੰਤਾਂ ਮਹਾਤਮਾ ਦਾ ਸੁਣਿਆ, ਭਗਤਾਂ ਦੇ ਜੀਵਨ ਪੜ੍ਹੇ ਤਾਂ ਪਤਾ ਲੱਗਾ। ਆਪਾਂ ਨੂੰ ਤਾਂ ਪੜ੍ਹ ਸੁਣ ਕੇ ਪਤਾ ਲੱਗਾ ਨਾ। ਇਸ ਲਈ ਸੁਣ ਸੁਣ ਕੇ ਮਨੁੱਖ ਪਰਮਾਤਮਾ ਬਾਰੇ ਆਖਦੇ ਹਨ। ਜੇ ਭਾਵੈ ਕਰੇ ਤਮਾਏ, ਜੇ ਉਹ ਚਾਹੇ ਤਾਂ ਆਪਣੀ ਮਰਜ਼ੀ ਕਰਦਾ ਹੈ। ਉਹਨੇ ਆਪਣੀ ਤਮਾਏ ਦੇ ਦੋ ਅਰਥ ਨੇ। ਇੱਕ ਹੁੰਦਾ ਤਮਾ, ਹੁੰਦਾ ਲਾਲਚ, ਵੀ ਪਰਮਾਤਮਾ ਲਾਲਚ ਕਰਦੇ, ਹੁਣ ਤਾਂ ਕੋਈ ਲਾਲਚ ਨਹੀਂ ਹੈਗਾ। ਦੂਸਰਾ ਤਮਾਏ ਦਾ ਸ਼ਬਦ ਹੈ ਇੱਛਾ ਕਰਨਾ, ਚਾਹੁਣਾ। ਜੇ ਪਰਮਾਤਮਾ ਚਾਹੇ ਤਾਂ ਮਨੁੱਖ ਦੇ ਅੰਦਰ ਇੱਛਾ ਪੈਦਾ ਕਰ ਸਕਦਾ ਮਿਲਣ ਦੀ, ਨਹੀਂ ਤਾਂ ਕਈ ਵਾਰੀ ਸਾਡੇ ਅੰਦਰ ਇੱਛਾ ਹੀ ਨਹੀਂ ਹੁੰਦੀ, ਪਰਮਾਤਮਾ ਮਿਲਣ ਦੀ ਇੱਛਾ ਹੀ ਨਹੀਂ ਹੁੰਦੀ। ਜੇ ਪਰਮਾਤਮਾ ਚਾਹੇ ਸਾਡੇ ਅੰਦਰ ਇੱਛਾ ਪੈਦਾ ਕਰ ਦਿੰਦਾ ਹੈ, ਫਿਰ ਉਸ ਦੇ ਨਾਮ ਜਪਦੇ ਰਹਿੰਦੇ ਹਾਂ, ਫਿਰ ਉਹਦੇ ਬਾਰੇ ਗੱਲਾਂ ਕਰਦੇ ਹਾਂ, ਉਹਦੇ ਬਾਰੇ ਵਿਚਾਰ ਵਟਾਂਦਰਾ ਕਰਦੇ ਹਾਂ। ਅਤੇ ਜੇ ਤੀਜਾ ਅਰਥ ਤਮਾਏ ਮੈਨੇ ਮਰਜ਼ੀ, ਪਰਮਾਤਮਾ ਜੋ ਚਾਹੁੰਦਾ ਹੈ ਉਹਦੀ ਮਰਜ਼ੀ ਅਨੁਸਾਰ ਹੁੰਦਾ ਹੈ, ਉਹ ਆਪਣੀ ਮਰਜ਼ੀ ਕਰਦਾ ਹੈ। ਕੁਸਾਂ ਕਟੀਆਂ ਵਾਰ ਵਾਰ, ਪੀਸਨ ਪੀਸਾਂ ਪਾਏ, ਅੱਗੇ ਸੇਤੀ ਜੈਲੀਆਂ, ਭਸਮ ਸੇਤੀ ਰਲ ਜਾਉ, ਵੀ ਤੇਰੀ ਕੀਮਤ ਨਾ ਪਵੈ, ਹੋਂ ਕੇਵੜ ਆਖਾਂ ਨਾ। ਗੁੱਸਾ ਹੁੰਦਾ ਹੈ ਕੌਣ? ਅਜੇ ਫਲਾਣੇ ਨੂੰ ਦੁਸ਼ਮਣਾਂ ਨੇ ਕੋਹ ਕੇ ਮਾਰਿਆ, ਕੋਹ ਕੇ ਮਾਰਿਆ। ਜਿਵੇਂ ਅੱਜ ਹੀ ਮੈਂ ਇੱਕ ਤਾਂ ਸੁਣ ਰਿਹਾ ਸੀ ਵੀ ਜਿਹੜੇ ਛੋਟੇ, ਸਭ ਤੋਂ ਛੋਟੇ ਸਾਹਿਬਜ਼ਾਦੇ ਸਨ, ਉਹਨੂੰ ਡਰਾਉਣ ਧਮਕਾਉਣ ਲਈ ਨਵਾਬ ਦੇ ਹੁਕਮ ਨਾਲ ਉਹਨੂੰ ਦਰਖਤ ਨਾਲ ਬੰਨ੍ਹ ਦਿੱਤਾ ਗਿਆ। ਦੂਰੋਂ ਜਿਹੜਾ ਗੁਲੇਲ ਸੀ ਉਹ ਚਲਾਈ ਗਈ, ਉਹਦੀ ਅੱਖ 'ਚ ਗੋਲਾ ਮਾਰਿਆ, ਅੱਖ 'ਚ ਲਹੂ ਵਗਣ ਲੱਗ ਗਿਆ ਹੈ। ਉਹਨੂੰ ਛਾਂਟੇ ਮਾਰੇ ਗਏ, ਉਹਨੂੰ ਕੁੱਟਿਆ ਮਾਰਿਆ ਗਿਆ। ਇੱਕ ਕਹਿੰਦਾ ਖੋਲ੍ਹ ਦਿਓ, ਹੁਣੇ ਮੁਸਲਮਾਨ ਬਣ ਜਾਏਗਾ। ਉਹਨੂੰ ਖੋਲ੍ਹਿਆ, ਕਹਿ ਤੂੰ ਮੁਸਲਮਾਨ ਬਣੇਗਾ, ਉਹਨੇ ਸਿਰ ਹਿਲਾਤਾ, ਕਿ ਨਹੀਂ ਬਣਦਾ, ਨਹੀਂ ਬਣਦਾ। ਇਹ ਕਹਿੰਦਾ ਕੌਣ ਹੈ? ਬੰਦਾ ਬਹਾਦਰ ਨੂੰ ਵੀ ਕੋਹ ਕੇ ਮਾਰਿਆ ਸੀ, ਜਿਹੜਾ ਜਮੂਰਾਂ ਦੇ ਨਾਲ ਉਹਦਾ ਮਾਸ ਨੋਚਿਆ ਗਿਆ ਸੀ, ਉਹਨੂੰ ਹੁੰਦਾ ਹੈ ਕੋਹ ਕੇ ਮਾਰਨਾ। ਕੁਸਾਂ, ਮੈਂ ਆਪਣੇ ਸਰੀਰ ਨੂੰ ਕੋਹਾਂ, ਕਟੀਆਂ, ਛੋਟੇ ਛੋਟੇ ਟੁਕੜੇ ਜਿਹਨੂੰ ਕੱਟਦੇ ਨੇ,
ਵਾਰੀ ਵਾਰੀ ਕਟਾਂ, ਵਾਰੀ ਵਾਰੀ ਕੋਹਾਂ। ਪੀਸਣ ਦੀ ਚੱਕੀ, ਪੀਸਣ ਪੀਸਾਂ ਪਾਏ, ਪੀਸਾਂ ਮੈਂ ਪੀਰ ਦਿਆਂ ਅਤੇ ਚੱਕੀ 'ਚ ਆਪਣੇ ਆਪ ਨੂੰ ਪੀਹ ਦੇਵਾਂ। ਜਿਹੜੇ ਛੋਟੇ ਛੋਟੇ ਟੁਕੜੇ ਕੀਤੇ ਉਹਨਾਂ ਨੂੰ ਪੀਹ ਦੇ। ਅੱਗੀ ਸੇਤੀ ਜਾਲੀਆਂ, ਅੱਗੀ ਮੈਨੇ ਅੱਗ ਨਾਲ, ਅੱਗੀ ਸੇਤੀ ਅੱਗ ਨਾਲ ਮੈਂ ਆਪਣੇ ਨੂੰ ਸਾੜ ਦੇਵਾਂ। ਭਸਮ ਸੇਤੀ ਰਲ ਜਾਵਾਂ ਅਤੇ ਸੁਆਹ ਦੇ ਨਾਲ ਸੁਆਹ ਹੋ ਜਾਵਾਂ। ਭਾਵ ਮੈਂ ਇੰਨਾ ਵੀ ਆਪਣੇ ਆਪ ਨੂੰ ਦੁੱਖ ਦੇਵਾਂ ਵੀ ਤੇਰੀ ਕੀਮਤ ਨਾ ਪਵੇ ਹੋਂ ਕੇਵੜ ਆਖਾਂ ਨਾ। ਮੈਂ ਕਿੱਡਾ ਵੱਡਾ ਹੀ ਤੇਰਾ ਕਿਵੇਂ ਕਿਉਂ ਨਾ ਨਾਮ ਲਵਾਂ, ਤੇਰੀ ਕੀਮਤ ਪਾ ਹੀ ਨਹੀਂ ਸਕਦਾ ਕਿ ਤੇਰਾ ਨਾਮ ਉਦੋਂ ਵੀ ਵੱਡਾ ਹੈ, ਤੇਰਾ ਨਾਮ ਉਦੋਂ ਵੀ ਵੱਡਾ ਹੈ। ਜਿਵੇਂ ਖੂਹ ਸੀ, ਖੂਹ ਡੱਡੂ ਆਮ ਤੌਰ 'ਤੇ ਹੁੰਦੇ ਨੇ। ਹੜ੍ਹ ਆਇਆ, ਬਾਹਰ ਦਰਿਆ ਦਾ ਇੱਕ ਡੱਡੂ ਰੁੜਦਾ ਰੁੜਦਾ ਖੂਹ ਡਿੱਗ ਪਿਆ। ਦੂਜੇ ਡੱਡੂ ਪੁੱਛਦੇ ਤੂੰ ਕਿੱਥੋਂ ਆਏ ਆ? ਕਹਿੰਦੇ ਮੈਂ ਦਰਿਆ 'ਚੋਂ ਆਇਆ। ਦਰਿਆ 'ਚ ਡੱਡੂ ਪੁੱਛਦੇ ਨੇ ਦਰਿਆ ਕਿੱਡਾ ਹੁੰਦਾ? ਕਿ ਬਹੁਤ ਵੱਡਾ ਹੁੰਦਾ। ਇੱਕ ਡੱਡੂ ਨੇ ਖੂਹ 'ਚ ਛਾਲ ਮਾਰੀ ਥੋੜ੍ਹੀ ਦੂਰੀ ਤੱਕ, ਕਹਿੰਦਾ ਐਡਾ ਵੱਡਾ ਹੁੰਦਾ? ਉਹ ਜਿਹੜਾ ਦਰਿਆ ਕਹਿੰਦੇ ਨਹੀਂ, ਦਰਿਆ ਬਹੁਤ ਵੱਡਾ ਹੁੰਦਾ। ਉਹਨੇ ਫਿਰ ਖੂਹ ਦੇ ਅੱਧ ਤੱਕ ਛਾਲ ਮਾਰੀ, ਕਹਿੰਦਾ ਐਡਾ ਵੱਡਾ ਹੁੰਦਾ? ਕਹਿੰਦਾ ਨਹੀਂ, ਉਹ ਬਹੁਤ ਵੱਡਾ ਹੁੰਦਾ। ਉਹਨੇ ਖੂਹ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਛਾਲ ਮਾਰੀ, ਕਹਿੰਦਾ ਦਰਿਆ ਐਡਾ ਵੱਡਾ ਹੁੰਦਾ? ਉਹ ਕਹਿੰਦਾ ਨਹੀਂ, ਉਹ ਬਹੁਤ ਵੱਡਾ ਹੁੰਦਾ। ਕਹਿੰਦਾ ਤੂੰ ਝੂਠ ਬੋਲਦਾ, ਇਹ ਤਾਂ ਵੱਡਾ ਹੋ ਹੀ ਨਹੀਂ ਸਕਦਾ। ਸੋ ਪਰਮਾਤਮਾ ਬੇਅੰਤ ਹੈ, ਉਹਦਾ ਨਾਮ ਵੀ ਬੇਅੰਤ ਹੈ। ਅਸੀਂ ਖੂਹ ਦੇ ਡੱਡੂ ਉਸ ਦਰਿਆ ਸਮੁੰਦਰ ਦੀ ਸਾਰ ਨਹੀਂ ਜਾਣ ਸਕਦੇ। ਸਾਨੂੰ ਨਹੀਂ ਪਤਾ ਉਹ ਕਿੱਡਾ ਵੱਡਾ ਹੈ। ਪੰਖੀ ਹੋਏ ਕੈ ਜੇ ਭਵਾਂ, ਸੈ ਅਸਮਾਨੀ ਜਾਊਂ। ਜਦੋਂ ਤਾਂ ਉਂਝ ਲਿਖਣੇ ਅਸਮਾਨੀ, ਫਿਰ ਤਾਂ ਵੈਸੇ ਲਿਖਾਂਗੇ। ਜਦੋਂ ਦਾ ਸੈ ਅਸਮਾਨੀ, ਕੋਈ ਕਹਿੰਦਾ ਸਾਨੂੰ ਲਿਖੋ ਸੈ ਅਸਮਾਨੀ, ਫਿਰ ਅਸੀਂ ਨੰਨੇ ਨੂੰ ਬਿਹਾਰੀ ਬਿੰਦੀ ਪਾ ਕੇ ਲਿਖਾਂਗੇ, ਬਹੁਵਚਨ ਬਣ ਜਾਏਗਾ। ਬਿੰਦੀ ਜਿਵੇਂ ਸਿੱਖੀ, ਹੋਰ ਮੀਨਿੰਗ ਹੈ ਸਿੱਖੀ। ਜਦ ਬਿੰਦੀ ਲਾ ਫਿਰ ਸਿੱਖਾਂ ਨੇ, ਬਹੁਵਚਨ ਬਣ ਗਏ। ਵਡਿਆਈ ਇੱਕ ਵਚਨ ਹੈ, ਵਡਿਆਈ ਬਹੁਵਚਨ ਹੈ, ਚੰਗਿਆਈ ਬਹੁਵਚਨ ਹੈ। ਇਸੇ ਤਰ੍ਹਾਂ ਅਸਮਾਨੀ ਬਿੰਦੀ ਲਾ ਕੇ ਬਹੁਵਚਨ ਹੈ, ਕਿਉਂਕਿ ਅੱਗੇ ਸੈ ਆ ਗਿਆ ਸੈਂਕੜੇ। ਪੰਖੀ ਹੋਏ ਕੈ ਜੇ ਭਵਾਂ, ਸੈ ਅਸਮਾਨੀ ਜਾਊਂ। ਨਜ਼ਰੀ ਇੱਕ ਹੁੰਦਾ ਨਜ਼ਰੀ, ਨਜ਼ਰੀ ਦਾ ਹੁੰਦਾ ਪਰਮਾਤਮਾ, ਦੂਜਾ ਹੁੰਦਾ ਨਜ਼ਰੀ, ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਨਾਲ। ਇਹ ਹੈ ਨਜ਼ਰੀ, ਨਜ਼ਰਾਂ ਨਾਲ, ਅੱਖਾਂ ਨਾਲ। ਨਜ਼ਰੀ ਕਿਸੇ ਨਾ ਆਮੂੰ, ਨਾ ਕਿਛ ਪੀਆਂ ਨਾ ਖਾऊं। ਵੀ ਤੇਰੀ ਕੀਮਤ ਨਾ ਪਵੇ ਹੋਂ ਕੇਵੜ ਆਖਾਂ ਨਾ। ਪੰਖੀ ਹੋਏ ਕੈ ਜੇ ਭਵਾਂ, ਜੇ ਮੈਂ ਪੰਛੀ ਹੋ ਕੇ ਉੱਡਣਾ ਸ਼ੁਰੂ ਕਰ ਦਿਆਂ। ਸੈ ਅਸਮਾਨੀ ਜਾਵਾਂ, ਸੈਂਕੜੇ ਅਸਮਾਨਾਂ ਤੱਕ ਵੀ ਜਾਵਾਂ ਉੱਡਾਂ। ਨਜ਼ਰੀ ਕਿਸੇ ਨਾਮ, ਇੰਨਾ ਉੱਚਾ ਉੱਡ ਜਾਵਾਂਗਾ ਕਿਸੇ ਨੂੰ ਦਿਸੇ ਹੀ ਨਾ, ਕਿਸੇ ਨੂੰ ਮੈਂ ਦਿਸਾਂ ਹੀ ਨਾ। ਨਾ ਕੁਝ ਪੀਆਂ ਨਾ ਖਾऊं, ਨਾ ਕੁਝ ਪੀਵਾਂ ਨਾ ਕੁਝ ਖਾਵਾਂ। ਤੇਰਾ ਨਾਮ ਹੀ ਜਪਦਾ ਰਹਾਂ, ਤੇਰੀ ਵਡਿਆਈ ਹੀ ਕਰਦਾ ਰਹਾਂ। ਵੀ ਤੇਰੀ ਕੀਮਤ ਨਾ ਪਏ, ਫਿਰ ਮੈਂ ਤੇਰੀ ਕੀਮਤ ਨਹੀਂ ਪਾ ਸਕਦਾ। ਹਾਂ ਕਿ ਵੱਡਾ ਆਖਾਂ ਨੂੰ, ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ, ਕਿਉਂਕਿ ਤੇਰਾ ਨਾਮ ਬਹੁਤ ਵੱਡਾ ਹੈ, ਇਸ ਲਈ ਤੇਰੀ ਕੀਮਤ ਹੀ ਨਹੀਂ ਪਾਈ ਜਾ ਸਕਦੀ। ਨਾਨਕ ਕਾਗਦ ਲਖ ਮਣਾ, ਪੜ੍ਹ ਪੜ੍ਹ ਕੀਚੈ ਭਾਉ। ਮਸੂ ਤੋਟ ਨਾ ਆਵੇ, ਲੇਖਣ ਪਾਉਣ ਚਲਾਓ। ਵੀ ਤੇਰੀ ਕੀਮਤ ਨਾ ਪਵੇ, ਹੋਂ ਕੇਵੜ ਆਖਾਂ ਨਾ। ਨਾਨਕ ਕਾਗਜ਼ ਲਖ ਮਣਾ, ਜੇ ਲੱਖਾਂ ਮਣ ਕਾਗਜ਼ ਹੋਣ। ਪੜ੍ਹ ਪੜ੍ਹ ਕੀਚੈ ਭਾਉ, ਅਤੇ ਉਹਨਾਂ ਉੱਤੇ ਜੋ ਤੇਰੀ ਵਡਿਆਈ ਲਿਖੀ ਹੋਈ ਹੈ, ਜੇ ਉਹਨਾਂ ਨੂੰ ਪੜ੍ਹ ਪੜ੍ਹ ਕੇ ਉਹਨਾਂ ਦੇ ਭਾਵ ਅਰਥ ਵੀ ਸਮਝੇ ਜਾਣ। ਭਾਵ ਬਣੇ ਭਾਵ ਅਰਥ, ਵੀ ਜੋ ਲਿਖਿਆ ਕੀ ਭਾਵ ਦਾ,
ਉਹਦੇ ਭਾਵ ਅਰਥ ਵੀ ਕੀਤੇ ਜਾਣ। ਮਸੂ ਤੋਟ ਨਾ ਆਵੇ, ਮਸੂ ਸਿਆਹੀ ਨੂੰ ਕਹਿੰਦੇ ਹਿੰਦੀ 'ਚ। ਸਿਆਹੀ ਦੀ ਕੋਈ ਕਮੀ ਨਾ ਹੋਵੇ, ਕਹਿੰਦੇ ਲੱਖਾਂ ਮਣ ਕਾਗਜ਼ ਹੋਣ, ਲਿਖਣ ਲਈ ਸਿਆਹੀ ਦੀ ਕੋਈ ਕਮੀ ਨਾ ਹੋਵੇ। ਲੇਖਣ ਪਾਉਣ ਚਲਾਉ, ਲੇਖਣ ਵੱਲ ਜਿਹੜਾ ਕਲਮ ਨੂੰ ਕਹਿੰਦੇ ਨੇ ਲੇਖਣੀ, ਇਹਨਾਂ ਨੇ ਸਿਆਰੀ ਬਣਾਈ, ਭਾਵ ਲੇਖਣੀ ਕਲਮ। ਲੇਖਣ ਕਲਮ ਚਲਾਉ, ਅਤੇ ਜਿਹੜੀ ਹੈ ਹਵਾ ਉਹ ਕਲਮ ਦੇ ਤੌਰ 'ਤੇ, ਭਾਵ ਕਲਮ ਇੰਨੀ ਤੇਜ਼ ਚੱਲੇ, ਜਿਹੜੀ ਤੇਜ਼ ਹਵਾ ਇੰਨੀ ਰਫਤਾਰ ਦੇ ਨਾਲ ਲੱਖਾਂ ਮਣ ਕਾਗਜ਼ ਉੱਤੇ ਮੈਂ ਤੇਰੀ ਵਡਿਆਈ ਲਿਖਾਂ, ਸਿਆਹੀ ਦੀ ਵੀ ਕੋਈ ਕਮੀ ਨਾ ਆਵੇ। ਫਿਰ ਉਹ ਲਿਖੇ ਹੋਏ ਨੂੰ ਪੜ੍ਹ ਕੇ ਉਸ 'ਤੇ ਮੈਂ ਵਿਚਾਰ ਕਰਾਂ, ਵੀ ਤੇਰੀ ਕੀਮਤ ਨਾ ਪਵੇ, ਫਿਰ ਵੀ ਤੇਰੀ ਕੀਮਤ ਨਹੀਂ ਪੈ ਸਕਦੀ। ਹਾਂ ਕੇਵੜ ਆਖਾਂ ਨੋ, ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ। ਸ਼੍ਰੀ ਰਾਗ ਮਹਿਲਾ ਪਹਿਲਾ। ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਓ, ਲੇਖੈ ਵਾੜ ਚਲਾਈਆ, ਲੇਖੈ ਸੁਣ ਵੇਖਾਓ, ਲੇਖੈ ਸਾਹ ਲਵਾਈਐ, ਪੜ੍ਹੇ ਕੇ ਪੁੱਛਣ ਜਾਓ। ਲੇਖੈ, ਜੋ ਵੀ ਅਸੀਂ ਕਰ ਰਹੇ ਹਾਂ ਸਭ ਪਰਮਾਤਮਾ ਦੇ ਲੇਖੇ 'ਚ ਹੈ। ਪਹਿਲਾਂ ਲਿਖੇ ਅਨੁਸਾਰ ਹੀ ਅਸੀਂ ਕੁਛ ਵੀ ਕਰ ਰਹੇ ਹਾਂ। ਜੋ ਕੁਝ ਕਰ ਰਹੇ ਹਾਂ ਇਹ ਪਹਿਲਾਂ ਲਿਖਿਆ ਹੋਇਆ ਹੈ। ਆਹ ਕਿਸਾਨਾਂ ਦਾ ਕੀ ਨਤੀਜਾ ਨਿਕਲਣਾ ਤੇ ਪਹਿਲੇ ਲਿਖਿਆ ਹੋਇਆ ਹੈ, ਉਹੀ ਨਿਕਲਣ ਨਤੀਜਾ ਜੋ ਲਿਖਿਆ ਹੋਇਆ ਹੈ। ਦੇਸ਼ ਦਾ ਕੀ, ਲੋਕਾਂ ਦਾ ਕੀ, ਮਨੁੱਖਾਂ ਦਾ ਕੀ, ਸਭ ਦਾ ਪਹਿਲਾਂ ਲਿਖਿਆ ਹੋਇਆ ਹੈ। ਪਹਿਲਾਂ ਮੈਂ ਸੋਚਦਾ ਸੀ ਸਿਰਫ ਸਾਡੀ ਹੀ ਕਿਸਮਤ ਲਿਖੀ, ਬੰਦਿਆਂ ਦੀ ਨਹੀਂ, ਦੇਸ਼ ਦੀ ਵੀ ਕਿਸਮਤ ਲਿਖੀ ਹੁੰਦੀ ਹੈ। ਹਿਮਾਲੀਅਨ ਸੰਤਾਂ ਦੇ ਸੰਗ ਕਿਤਾਬ ਮੈਂ ਪੜ੍ਹ ਰਿਹਾ ਸੀ। ਇੱਕ ਤਾਂ ਸਵਾਮੀ ਰਾਮਦੇਵ ਨੇ, ਨਹੀਂ, ਇੱਕ ਸਵਾਮੀ ਰਾਮ ਜੀ ਹੋਏ ਨੇ, ਹਰਿਦੁਆਰ ਦੇ ਰਹਿਣ ਵਾਲੇ। ਉਹ ਆਪਣੇ ਸਵਾਮੀ ਜੀ ਨਾਲ, ਕਿਉਂਕਿ ਇਹ ਬੜੇ ਪੜ੍ਹੇ ਲਿਖੇ ਸਨ ਅਤੇ ਸਵਾਮੀ ਉਂਝ ਆਤਮਿਕ ਅਵਸਥਾ ਬਹੁਤ ਉੱਚੇ ਸਨ, ਦੋਨੋਂ ਹੀ ਪਹਾੜਾਂ 'ਤੇ ਰਿਹਾ ਕਰਦੇ ਸਨ, ਆਪਣਾ ਭਜਨ ਬੰਦਗੀ ਕਰਦੇ ਸਨ। ਕਹਿੰਦੇ 1945 ਦਾ ਸਮਾਂ ਸੀ। ਮੈਂ ਆਪਣੇ ਸਵਾਮੀ ਜੀ ਨੂੰ ਕਿਹਾ ਵੀ ਸਵਾਮੀ ਜੀ, ਕੀ ਆਪਾਂ ਇੱਥੇ ਗੁਫਾਵਾਂ 'ਚ ਬਹਿ ਕੇ ਰਾਮ ਰਾਮ ਕਰਦੇ ਰਹਿੰਦੇ? ਸਾਰਾ ਦੇਸ਼ ਆਜ਼ਾਦੀ ਮੰਗ ਰਿਹਾ ਹੈ, ਮੈਨੂੰ ਵੀ ਜਾਣ ਦੀ ਆਗਿਆ ਬਖਸ਼ੋ ਵੀ ਮੈਂ ਵੀ ਆਜ਼ਾਦੀ 'ਚ ਆਪਣਾ ਹਿੱਸਾ ਪਾਵਾਂ। ਕਹਿੰਦੇ ਮੇਰੇ ਸਵਾਮੀ ਜੀ ਕਹਿੰਦੇ ਵੀ ਰਾਮ, ਜਿਨ੍ਹਾਂ ਦੀ ਪਰਮਾਤਮਾ ਨੇ ਡਿਊਟੀ ਆਜ਼ਾਦੀ ਮੰਗਣ ਲਈ ਲਾਈ ਹੋਈ ਹੈ ਉਹ ਆਜ਼ਾਦੀ ਮੰਗ ਰਹੇ ਨੇ, ਉਂਝ ਨਹੀਂ ਮੰਗ ਰਹੇ। ਜਿਨ੍ਹਾਂ ਦੀ ਡਿਊਟੀ ਪਰਮਾਤਮਾ ਨੇ ਆਜ਼ਾਦੀ ਮੰਗਣ ਲਈ ਲਾਈ ਹੋਈ ਹੈ ਉਹ ਆਜ਼ਾਦੀ ਮੰਗ ਰਹੇ ਹਨ। ਤੇਰੀ ਡਿਊਟੀ ਆਜ਼ਾਦੀ ਮੰਗਣ ਦੀ ਨਹੀਂ, ਤੇਰੀ ਡਿਊਟੀ ਤੇ ਰਾਮ ਰਾਮ ਕਰਨ ਤੇ ਰਾਮ ਰਾਮ ਕਰਾਉਣ ਦੀ ਹੈ। ਬਾਕੀ ਰਿਹਾ ਦੇਸ਼, ਇਹ ਤੇ 15 ਅਗਸਤ 1947 ਨੂੰ ਆਜ਼ਾਦ ਹੋ ਜਾਣਾ ਹੈ। ਕਹਿੰਦੇ ਇਹ ਕਹਿੰਦੇ 1945 ਦੀ ਗੱਲ ਹੈ। ਜਦੋਂ ਮੇਰੇ ਸਵਾਮੀ ਨੇ ਵੀ ਕਿਹਾ, ਕਹਿੰਦੇ ਦੇਸ਼ ਤਾਂ 15 ਅਗਸਤ 1947 ਨੂੰ ਆਜ਼ਾਦ ਹੋ ਜਾਣਾ। ਕਹਿੰਦੇ ਪਹਾੜਾਂ 'ਤੇ ਕਿਹੜਾ ਕੋਈ ਦਿਨਾਂ ਦਾ ਅਤੇ ਮਹੀਨੇ ਦਾ ਪਤਾ ਲੱਗਦਾ ਸੀ। ਸਮਾਂ ਬੀਤ ਗਿਆ। ਅਚਾਨਕ ਮੈਂ ਪਹਾੜ ਤੋਂ ਹੇਠਾਂ ਹਰਿਦੁਆਰ ਨੂੰ ਆ ਰਿਹਾ ਸੀ, ਰਿਸ਼ੀਕੇਸ਼ ਵੱਲ। ਇੱਕ ਬੰਦਾ ਮੈਨੂੰ ਮਿਲ ਪਿਆ ਪਹਾੜ ਨੂੰ ਚੜ੍ਹਦਾ ਹੋਇਆ। ਮੈਂ ਉਹਨੂੰ ਪੁੱਛਿਆ, ਭਾਈ ਕਿਹੜਾ ਸਾਲ ਹੈ? ਕਹਿੰਦਾ ਜੀ 1947। ਮੈਂ ਕਿਹਾ ਕਿਹੜਾ ਮਹੀਨਾ ਹੈ? ਕਹਿੰਦਾ ਅਗਸਤ। ਮੈਂ ਕਿੰਨੀ ਤਰੀਕ ਹੈ? ਕਹਿੰਦਾ 16। ਮੈਂ ਦੇਸ਼ ਆਜ਼ਾਦ ਹੋ ਗਿਆ? ਕਹਿੰਦਾ ਹਾਂ ਕੱਲ੍ਹ ਹੋ ਗਿਆ। ਕੱਲ੍ਹ ਹੋ ਗਿਆ। ਜੋ ਹੋਣਾ ਇਹ ਤਾਂ ਪਹਿਲਾਂ ਹੀ ਲਿਖਿਆ ਹੋਇਆ ਹੈ। ਬਸ ਮਨੁੱਖ ਕਹਿੰਦਾ ਮੈਂ ਐਂ ਕਰਤਾ, ਮੈਂ ਐਂ ਕਰ ਦੇਵਾਂਗਾ। ਉਹ ਹੋਣੀ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ। ਹੋਣਾ ਤਾਂ ਉਹੀ ਹੈ ਜੋ ਪਹਿਲੇ ਲਿਖਿਆ ਹੋਇਆ ਹੈ, ਜੋ ਪਹਿਲੇ ਲਿਖਿਆ ਹੈ। ਇਸ ਲਈ ਲਿਖੇ ਦੇ ਅਨੁਸਾਰ ਅਸੀਂ ਬੋਲ ਰਹੇ ਹਾਂ, ਲਿਖੇ ਦੇ ਅਨੁਸਾਰ ਹੀ ਇੱਥੇ ਬੈਠੇ ਹੋਏ ਹਾਂ, ਲਿਖੇ ਦੇ ਅਨੁਸਾਰ ਅਸੀਂ ਕਥਾ ਵਾਰਤਾ ਕਰ ਰਹੇ ਹਾਂ। ਇਹ ਲਿਖਿਆ ਹੋਇਆ ਸਾਡਾ। ਤਾਂ ਗੁਰੂ ਮਹਾਰਾਜ ਕਹਿੰਦੇ
ਲਿਖ ਹੈ ਬੋਲਣ ਬੋਲਣਾ, ਲਿਖ ਹੈ ਖਾਣਾ ਖਾਓ। ਲਿਖਤ ਅਨੁਸਾਰ ਹੀ ਅਸੀਂ ਬੋਲ ਰਹੇ ਹਾਂ, ਲਿਖਤ ਅਨੁਸਾਰ ਹੀ ਅਸੀਂ ਖਾਣਾ ਖਾ ਰਹੇ ਹਾਂ। ਜੇ ਲਿਖੇ ਨਾ ਖਾ ਹੀ ਨਹੀਂ ਸਕਦੇ। ਕਈਆਂ ਦੇ ਭਾਗਾਂ 'ਚ ਕਣਕ ਲਿਖੀ ਨਹੀਂ ਹੁੰਦੀ, ਐਲਰਜੀ ਹੋ ਜਾਂਦੀ ਉਹਨਾਂ ਨੂੰ। ਕਈ ਜੰਮਦੇ ਬੱਚਿਆਂ ਨੂੰ ਹੀ ਕੋਈ ਜਦੋਂ ਰੋਟੀ ਖਵਾਉਣ ਲੱਗਦੇ ਨਾ ਸ਼ੁਰੂ 'ਚ ਉਹਦੇ ਢਿੱਡ ਪੀੜ ਹੋਣ ਲੱਗਦੀ, ਫਿਰ ਕੋਸ਼ਿਸ਼ ਦਵਾਈ ਦਿੰਦੇ ਨੇ, ਫਿਰ ਢਿੱਡ ਪੀੜ ਹੋਣ ਲੱਗਦੀ ਹੈ। ਫਿਰ ਡਾਕਟਰ ਕਹਿੰਦਾ ਜੇ ਤੁਸੀਂ ਐਲਰਜੀ ਚੈੱਕ ਕਰਾਓ, ਉਹ ਚਾਹਦਾ ਇਹਨੂੰ ਕਣਕ ਤੋਂ ਐਲਰਜੀ ਹੈ। ਡਾਕਟਰ ਕਣਕ ਬੰਦ ਕਰ ਦਿਓ ਜੀ, ਚੌਲ ਖਾਓ, ਹੋਰ ਖਾਓ, ਜੋ ਚੀਜ਼ਾਂ ਹੋਰ ਖਾਓ, ਹੈ ਹੀ ਨਹੀਂ, ਕਣਕ ਲਿਖੀ ਨਹੀਂ। ਆਪਣੀ ਮਹਾਰਾਣੀ ਹੈ, ਇਹਨੂੰ ਵੀ ਕਣਕ ਤੋਂ ਐਲਰਜੀ ਹੈ, ਇਹ ਕਣਕ ਦੀ ਰੋਟੀ ਹੀ ਨਹੀਂ ਖਾ ਸਕਦੇ ਵਿਚਾਰੇ। ਲਿਖਿਆ ਹੋਇਆ ਹੈ, ਬਸ ਉਸ ਤਰ੍ਹਾਂ ਗੱਲ ਬਣ ਜਾਂਦੀ ਹੈ, ਹਾਲਾਤ ਉਹੋ ਜਿਹੇ ਬਣ ਜਾਂਦੇ ਨੇ। ਸੋ ਲਿਖ ਹੈ ਬੋਲਣ ਬੋਲਣਾ, ਲਿਖਤ ਅਨੁਸਾਰ ਹੀ ਮਨੁੱਖ ਬੋਲਦਾ ਹੈ, ਲਿਖਤ ਅਨੁਸਾਰ ਹੀ ਖਾਣਾ ਖਾਂਦਾ ਹੈ। ਲਿਖ ਹੈ ਵਾਟ ਚਲਾਈਆ, ਲਿਖਤ ਅਨੁਸਾਰ ਹੀ ਕਿਸੇ ਰਸਤੇ 'ਤੇ ਤੁਰਿਆ ਜਾਂਦਾ, ਕਿਸੇ ਨੂੰ ਕਿਸੇ ਰਾਹ, ਕਿਸੇ ਨੂੰ ਕਿਸੇ ਰਾਹ। ਸਾਨੂੰ ਨਾਮ ਵਾਲੇ ਰਸਤੇ 'ਤੇ ਤੋਰਦਾ ਹੈ, ਕਿਸੇ ਨੂੰ ਭਾਈ ਹੋਰ ਕਿਸੇ ਰਸਤੇ 'ਤੇ ਪਰਮਾਤਮਾ ਤੋਰ ਦਿੰਦਾ। ਜਿਹੜੇ ਰਸਤੇ 'ਤੇ ਉਹਨੂੰ ਤੋਰਨਾ ਉਹ ਲਿਖਿਆ ਹੋਇਆ ਹੈ, ਉਹਦੇ ਅਨੁਸਾਰ ਬੰਦਾ ਤੁਰਦਾ ਹੈ। ਆਪਾਂ ਉਹਨੂੰ ਸਮਝਾਉਂਦੇ ਰਹਿੰਦੇ ਹਾਂ, ਉਹ ਤੂੰ ਐ ਨਾ ਕਰ, ਤੂੰ ਉਹ ਨਾ ਕਰ। ਹੁਣ ਉਹਦਾ ਲਿਖਿਆ ਹੋਇਆ ਉਹ ਸਾਡੀ ਸੁਣਦਾ ਹੀ ਨਹੀਂ। ਉਹ ਨਾ ਮਾਂ ਪਿਓ ਦੀ ਮੰਨਦਾ, ਨਾ ਕਿਸੇ ਸਾਧ ਸੰਤ ਦੀ ਮੰਨਦਾ। ਉਹ ਲਿਖਿਆ ਹੋਇਆ ਉਹਦੇ ਅਨੁਸਾਰ ਹੀ ਉਹ ਕਰਮ ਕਰਦਾ ਰਹਿੰਦਾ। ਲਿਖ ਹੈ ਵਾਟ ਚਲਾਈਆ, ਸੋਏ ਰਸਤਾ ਵਾਟ ਪਨੇ ਰਸਤਾ। ਲਿਖਤ ਅਨੁਸਾਰ ਹੀ ਮਨੁੱਖ ਨੂੰ ਰਾਹ 'ਤੇ ਤੋਰਿਆ ਜਾਂਦਾ ਹੈ। ਲਿਖ ਹੈ ਸੁਣ ਵੇਖਾਓ, ਅਤੇ ਲਿਖਤ ਅਨੁਸਾਰ ਹੀ ਮਨੁੱਖ ਸੁਣਦਾ ਹੈ ਅਤੇ ਵੇਖਦਾ ਹੈ। ਲਿਖ ਹੈ ਸਾਹ ਲਵਾਈਆਂ, ਪੜ੍ਹੇ ਕੇ ਪੁੱਛਣ ਜਾਓ। ਜਿਹੜੇ ਅਸੀਂ ਸਾਹ ਲੈ ਰਹੇ ਨਾ, ਇਹ ਵੀ ਲੇਖੇ 'ਚ ਨੇ। ਔਰ ਕਹਿੰਦੀ ਉਹ ਸਵਾਸ ਅਤੇ ਦਿਨ ਲਿਖ ਕੇ ਭੇਜੇ ਨੇ ਪਰਮਾਤਮਾ ਨੇ। ngਣ ਕਾਲੇ ਸਭ ਦਿਵਸ ਸਾਸ, ਨਹਿ ਵੱਢਣ ਕੱਟਣ ਤਿਲਸਰ। ਸਵਾਸ ਅਤੇ ਦਿਨ ਪਰਮਾਤਮਾ ਨੇ ਲਿਖ ਕੇ ਪਾਤੇ ਨੇ, ਇਹ ਵੱਧੇ ਕੱਢਦੇ ਨਹੀਂ ਹੈਗੇ, ਲੇਖੇ 'ਚ ਹੈ। ਸਾਡੀ ਹਰ ਇੱਕ ਚੀਜ਼ ਲੇਖੇ ਵਿੱਚ ਹੈ। ਲਿਖ ਹੈ ਸਾਹ ਲਵਾਈਆਂ, ਸਾਹ ਬਹੁਵਚਨ ਹੁਣ ਕੇ ਲਵਾਈਆਂ। ਲੇਖੇ ਅਨੁਸਾਰ ਹੀ ਸਾਹ ਲਏ ਜਾਂਦੇ ਹਨ। ਪੜ੍ਹੇ ਕੇ ਪੁੱਛਣ ਜਾ, ਪੜ੍ਹਿਆ ਨੂੰ ਪੁੱਛਣ ਕੀ ਜਾਣਾ ਵੀ, ਇਹ ਤਾਂ ਪਤਾ ਹੀ ਹੈ, ਇਹ ਤਾਂ ਆਮ ਲੋਕਾਂ ਨੂੰ ਪਤਾ ਹੈ। ਇਸ ਲਈ ਇਹ ਗੱਲਾਂ ਪੜ੍ਹਿਆ ਨੂੰ ਪੁੱਛਣ ਜਾਣ ਦੀ ਲੋੜ ਨਹੀਂ ਹੈਗੀ। ਬਾਬਾ ਮਾਇਆ ਰਚਨਾ ਤੋਂ ਅੱਗੇ ਨਾਮ ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਹੇ ਭਾਈ, ਇੱਥੇ ਬਾਬਾ ਤੋਂ ਭਾਵ ਹੈ ਹੇ ਭਾਈ। ਮਾਇਆ ਰਚਨਾ ਤੋਂ, ਇਹ ਮਾਇਆ ਦੀ ਰਚਨਾ ਨਾ, ਇਹ ਤੇ ਧੋਖਾ ਹੈ, ਇਹ ਤੇ ਧੋਖੇ ਦੀ ਤਰ੍ਹਾਂ ਹੈ। ਇਹ ਸੱਚ ਨਹੀਂ ਹੈ, ਇਹ ਸੱਚ ਨਹੀਂ ਹੈ, ਇਹ ਤੇ ਧੋਖਾ ਹੈ। ਤਾਂ ਹੀ ਨਵੇਂ ਪਾਤਸ਼ਾਹ ਕਹਿੰਦੇ ਨੇ ਵੀ ਇਹ ਸੰਸਾਰ ਇਸ ਤਰ੍ਹਾਂ ਜਿਵੇਂ ਸੁਪਨਾ ਅਤੇ ਪੇਖਣਾ। ਪੇਖਣਾ ਹੁੰਦਾ ਜਾਦੂ ਦਾ ਤਮਾਸ਼ਾ। ਸੁਪਨੇ ਜਦੋਂ ਵੀ ਅਸੀਂ ਵੇਖਿਆ ਉਸ ਵੇਲੇ ਸੱਚ ਲੱਗਦਾ, ਪਰ ਜਾਗ ਆਉਣ 'ਤੇ ਸੱਚ ਨਹੀਂ ਹੁੰਦਾ। ਜਾਦੂਗਰ ਤਮਾਸ਼ਾ ਵਿਖਾਉਣ ਆਇਆ, ਜਿੰਨਾ ਚਿਰ ਅਸੀਂ ਤਮਾਸ਼ਾ ਵੇਖਦੇ ਰਹਿੰਦੇ ਹਾਂ ਸਾਨੂੰ ਉਹ ਸੱਚ ਲੱਗਦਾ ਹੈ। ਈਵਨ ਟੀਚਰਾਂ ਨੂੰ ਵੀ ਸੱਚ ਲੱਗਦਾ, ਵਿਦਿਆਰਥੀਆਂ ਨੂੰ ਸੱਚ ਲੱਗਣਾ ਹੀ ਲੱਗਣਾ ਹੈ। ਸਕੂਲਾਂ 'ਚ ਆਉਂਦੇ ਸਨ ਜਾਦੂ ਤਮਾਸ਼ਾ ਵਿਖਾ, ਜਦੋਂ ਵਿਖਾਉਂਦੇ ਸਨ ਟੀਚਰ ਵੀ ਸੁੰਨ ਹੋ ਜਾਂਦੇ ਸਨ, ਵਿਦਿਆਰਥੀ ਹੋਣਾ ਹੀ ਦੇ ਗਏ, ਉਹਨਾਂ ਨੂੰ ਸੱਚ ਲੱਗ ਰਿਹਾ ਹੁੰਦਾ ਸੀ। ਅਤੇ ਮਗਰ ਉਹਨੇ ਕਹਿਣਾ ਮੇਰੇ ਕੋਲ ਕੋਈ ਜਾਦੂ ਨਹੀਂ ਹੈ, ਇਹ ਤਾਂ ਹੱਥ ਦਾ ਇੱਕ ਖੇਲ ਹੈ। ਜਿਵੇਂ ਸੁਪਨਾ ਸੱਚ ਨਹੀਂ ਹੁੰਦਾ, ਜਾਦੂ ਦੇ ਤਮਾਸ਼ੇ ਜੋ ਤੁਸੀਂ ਵੇਖਦੇ ਹੋ ਸੱਚ ਨਹੀਂ ਹੁੰਦਾ। ਕਹਿੰਦੇ ਇਸ ਲਈ ਇਹ ਸੰਸਾਰ ਵੀ ਸੱਚ ਨਹੀਂ ਹੈ, ਇਹ ਸੁਪਨੇ ਦੀ ਨਹੀਂ ਹੈ, ਇਹ ਧੋਖਾ ਹੈ, ਇਹ ਮਾਇਆ ਦਾ ਧੋਖਾ ਹੈ। ਇਹ ਮਾਇਆ ਮਨੁੱਖ ਇਸ ਮਾਇਆ ਦੇ ਧੋਖੇ 'ਚ ਆ ਕੇ ਨਾ ਨਾਮ ਵਿਸਾਰ ਦਿੰਦਾ। ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਅੰਧੇ
ਅਗਿਆਨੀ ਮਨੁੱਖ ਨੇ। ਅੰਧਾ ਪਹੁੰਚ ਤਾਂ ਅੰਨਾ ਹੈ, ਪਰ ਇੱਥੇ ਅੱਖਾਂ ਤੋਂ ਅੰਨੇ ਤੋਂ ਕੋਈ ਮਤਲਬ ਨਹੀਂ ਹੈਗਾ। ਅੰਧੇ ਸੇ ਨਾ ਅੱਖੀਆਂ ਜਿਨ ਲੋਇਨ ਜਿਨ ਮੁਖ ਲੋਇਨ ਨਾ ਹੈ, ਅੰਧੇ ਸਹੀ ਨਾਨਕਾ ਜੇ ਖਸਮੈ ਕੁਥੇ ਜਾਣੇ। ਸੋ ਅੰਨੇ ਤਾਂ ਉਹ ਗਿਣਿਆ ਗਿਆ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ। ਅੰਧਾ ਜੇ ਤਾਂ ਅੰਧੇ ਫਿਰ ਬਹੁਵਚਨ ਜਨ ਸੀ, ਅੰਧਾ ਇੱਕ ਵਚਨ ਹੈ, ਦਾਦਲਾ ਲਾਈ ਭਾਵ ਅੰਨੇ ਨੇ, ਅਗਿਆਨੀ ਨੇ, ਨਾਮ ਹੀ ਭੁਲਾਤਾ ਹੈ। ਫਿਰ ਨਤੀਜਾ ਕੀ ਨਾ ਤਿਸ ਇਹ, ਹੁਣ ਤੇ ਆਂਦੇ ਨੇ ਇਹ ਹਾਹੇ ਨੌਕਰ ਨਹੀਂ ਹੈ, ਇਹ ਇਸਤਰੀ ਲਿੰਗ ਹੈ, ਇਹਦਾ ਮਤਲਬ ਆਇਆ ਨਾ ਉਹ ਹਾਏ ਨੌਕਰ ਲੱਗਾ, ਇਹ ਪੁਲਿੰਗ ਹੈ ਪਰਮਾਤਮਾ। ਨਾ ਉਹਨੂੰ ਮਾਇਆ ਮਿਲੀ, ਨਾ ਉਹਨੂੰ ਪਰਮਾਤਮਾ ਮਿਲਿਆ, ਕਿਉਂਕਿ ਅਗਿਆਨੀ ਸੀ। ਅਗਿਆਨੀ ਨੂੰ ਕੁਛ ਨਹੀਂ ਮਿਲਿਆ ਕਰਦਾ। ਅਗਿਆਨੀ ਕੁਚੱਜੇ ਹੁੰਦੇ ਨੇ, ਅਤੇ ਕੁਚੱਜਾ ਜਿਸ ਕੰਮ ਨੂੰ ਵੀ ਹੱਥ ਪੈ ਕੇ ਕਾਮਯਾਬੀ ਨਹੀਂ ਮਿਲਿਆ ਕਰਦੇ। ਅਗਿਆਨੀ ਨੇ, ਅਗਿਆਨੀਆਂ ਨੇ ਨਾਮ ਹੀ ਭੁਲਾਤਾ, ਅਤੇ ਨਾ ਉਹਨਾਂ ਨੂੰ ਇਹ ਮਾਇਆ ਮਿਲੀ, ਅਤੇ ਨਾ ਉਹਨਾਂ ਨੂੰ ਉਹ ਪਰਮਾਤਮਾ ਮਿਲਿਆ। ਰਹੋ ਜੀਵਨ ਮਰਨਾ ਜਾਏ ਕੈ, ਇਥੈ ਖਾਜੈ ਕਾਲ, ਜਿਥੈ ਬਹਿ ਸਮਝਾਈਐ, ਤਿਥੈ ਕੋਈ ਨਾ ਚੱਲਿਓ ਨਾਲ। ਰੋਵਣ ਵਾਲੇ ਜੇਤੜੇ ਸਭ ਬੰਨ੍ਹੈ ਪੰਡ ਪਰਾਲ। ਜੀਵਨ ਮਰਨਾ ਜਾਏ ਕੇ, ਜਾਏ ਕਹਿੰਦਾ ਪੈਦਾ ਹੋ ਕੇ। ਪੈਦਾ ਹੋ ਕੇ ਮਨੁੱਖ ਜੀਵਨ ਤੋਂ ਲੈ ਕੇ ਮਰਨ ਤੱਕ ਕਾਲ, ਜਿੰਨਾ ਵੀ ਸਮਾਂ ਮਿਲਿਆ ਖਾਜੈ, ਇਹ ਖਾਣ ਪੀਣ 'ਤੇ ਰਹਿੰਦਾ। ਜਨਮ ਲੈ ਕੇ ਜੀਵਨ ਤੋਂ ਲੈ ਕੇ ਮਰਨ ਤੱਕ ਜਿੰਨਾ ਕਾਲ ਸਮਾਂ ਮਿਲਿਆ, ਇਹ 'ਤੇ ਖਾਣ 'ਚ ਲੱਗਾ ਰਹਿੰਦਾ। ਜਿੱਥੇ ਬਹਿ ਸਮਝਾਈਏ, ਤਿੱਥੇ ਕੋਈ ਨਾ ਚੱਲਿਓ ਨਾਲ। ਜਿੱਥੇ ਬਿਠਾ ਕੇ ਧਰਮਰਾਜ ਦੇ ਦਰ 'ਤੇ ਇਸ ਨੂੰ ਸਮਝਾਇਆ ਜਾਣਾ, ਉੱਥੇ ਦੇ ਨਾਲ ਕਿਸੇ ਨਹੀਂ ਜਾਣਾ। ਜਿਨ੍ਹਾਂ ਨਾਲ ਬਹਿ ਕੇ ਖਾਂਦਾ ਪੀਂਦਾ ਰਿਹਾ ਨਾ, ਕਹਿੰਦੇ ਉਹਨਾਂ ਨਾਲ ਨਹੀਂ ਜਾਣਾ। ਜਿੱਥੇ ਦਾ ਹਿਸਾਬ ਕਿਤਾਬ ਸਮਝਾਇਆ ਜਾਣਾ ਇਹਨੂੰ, ਵੀ ਆਹ ਤੂੰ ਚੰਗਾ ਕੀਤਾ, ਤੂੰ ਮਾੜਾ ਕੀਤਾ, ਤੂੰ ਨਾਮ ਨਹੀਂ ਜਪਿਆ। ਸਭ ਤੋਂ ਵੱਡੀ ਸਜ਼ਾ ਨਾਸਤਕ ਨੂੰ ਮਿਲਦੀ ਹੈ ਕਿ ਤੂੰ ਨਾਮ ਨਹੀਂ ਜਪਿਆ, ਇਸ ਲਈ ਤੂੰ ਮਾੜੇ ਪਾਸੇ ਲੱਗਾ ਰਿਹਾ। ਜੇ ਤੂੰ ਨਾਮ ਵਾਲੇ ਪਾਸੇ ਲੱਗਾ ਰਹਿੰਦਾ ਤੇ ਧਿਆਨ ਦੂਜੇ ਪਾਸੇ ਜਾਣਾ ਨਹੀਂ ਸੀ। ਨਾਲੇ ਨਾਮ ਨੇ ਤੇਰੀ ਸੋਚ ਸ਼ਕਤੀ ਉੱਚੀ ਕਰ ਦੇਣੀ ਸੀ। ਜਿਉਂ ਸਾਡੀ ਸੋਚ ਉੱਚੀ ਹੋਈ ਜਾਂਦੀ, ਅਸੀਂ ਬੁਰਾਈਆਂ ਆਪਣੇ ਆਪ ਹੀ ਛੱਡਦੇ ਜਾਂਦੇ। ਬੁਰਾਈਆਂ ਜਿਹੜਾ ਬੰਦਾ ਕਰਦਾ ਹੈ, ਨੀਵੀਂ ਸੋਚ ਦੀ ਨਿਸ਼ਾਨੀ ਹੈ। ਉਹਦੀ ਸੋਚ ਨੀਵੀਂ ਹੈ, ਇਸ ਕਰਕੇ ਚੋਰ ਹੈ, ਡਾਕੂ ਹੈ, ਲੁਟੇਰਾ ਹੈ, ਬਦਮਾਸ਼ ਹੈ, ਠੱਗ ਹੈ, ਬਲਾਤਕਾਰੀਆ ਹੈ। ਸੋਚ ਜੇ ਨੀਵੀਂ ਹੈ। ਜਿਉਂ ਨਾਮ ਜਪੀ ਜਾਏਗਾ, ਸੋਚ ਉੱਚੀ ਹੁੰਦੀ ਜਾਏਗੀ। ਜਿਉਂ ਸੋਚ ਉੱਚੀ ਹੁੰਦੀ ਜਾਏਗੀ, ਉਹਨੂੰ ਪਤਾ ਲੱਗਦਾ ਜਾਏਗਾ ਆਪਣੇ ਆਪ ਹੀ ਕਿ ਇਹ ਜੋ ਮੈਂ ਕਰਮ ਕਰ ਰਿਹਾ ਮਾੜਾ ਹੈ। ਇਸ ਲਈ ਉਹਨੂੰ ਫਿਰ ਹੌਲੀ ਹੌਲੀ ਛੱਡਦਾ ਜਾਏਗਾ। ਇਸ ਲਈ ਜਿਹੜੇ ਨਾਮ ਜਪਦੇ ਰਹਿੰਦੇ ਨੇ, ਜਪਦੇ ਰਹਿੰਦੇ ਨੇ, ਜਪਦੇ ਰਹਿੰਦੇ ਨੇ, ਇੱਕ ਤਾਂ ਉਹਨਾਂ ਦਾ ਧਿਆਨ ਹੀ ਨਹੀਂ ਇੱਧਰ ਨੂੰ ਜਾਂਦਾ, ਅਤੇ ਫਿਰ ਹੌਲੀ ਹੌਲੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ। ਫਿਰ ਵੈਸੇ ਹੀ ਨਹੀਂ ਡੋਲਦੇ, ਫਿਰ ਉਹ ਵੈਸੇ ਹੀ ਨਹੀਂ ਮਾੜਾ ਕੰਮ ਕਰਦੇ, ਕਿਉਂਕਿ ਉਹਨਾਂ ਨੂੰ ਸ਼ਰਮ ਆਉਂਦੀ ਹੈ ਕਿ ਗੁਰੂ ਮਹਾਰਾਜ, ਪਰਮਾਤਮਾ, ਸਮਾਜ ਮੈਨੂੰ ਕੀ ਕਹੇਗਾ। ਫਿਰ ਉਹਨਾਂ ਤੋਂ ਡਰਨ ਲੱਗ ਜਾਂਦਾ ਹੈ, ਨਹੀਂ ਤਾਂ ਬੇਸ਼ਰਮ ਹੋ ਜਾਂਦਾ ਹੈ, ਉਹਨੂੰ ਕਿਤੇ ਡਰ ਹੀ ਨਹੀਂ ਰਹਿੰਦਾ ਹੈਗਾ। ਇਸ ਲਈ ਕਹਿੰਦੇ ਜਿੱਥੇ ਬਹਿ ਸਮਝਾਈਏ, ਤਿੱਥੇ ਕੋਈ ਨਾ ਚੱਲਿਓ ਨਾਲ। ਜਿੱਥੇ ਬਿਠਾ ਕੇ ਇਹਨੂੰ ਸਮਝਾਇਆ ਜਾਣਾ ਕਿ ਤੂੰ ਨਾਮ ਨਹੀਂ ਜਪਿਆ, ਤੂੰ ਮਾੜੇ ਕੰਮ ਕੀਤੇ, ਉੱਥੇ ਦੇ ਨਾਲ ਕਿਸੇ ਨੇ ਨਹੀਂ ਜਾਣਾ। ਇਹਨੂੰ ਇਕੱਲੇ ਨੂੰ ਕਰਮ ਭੋਗਣੇ ਪੈਣੇ ਹਨ। ਰੋਵਣ ਵਾਲੇ ਜਿਤਨੇ, ਜਿੰਨੇ ਮਗਰੋਂ ਰੋਣ ਵਾਲੇ ਨੇ, ਰੋਣ ਵਾਲੇ ਤਾਂ ਹੁੰਦੇ ਹੀ ਨੇ, ਰੋਣ ਵਾਲੇ ਤਾਂ ਰਿਸ਼ਤੇਦਾਰ ਹੁੰਦੇ ਹੀ ਨੇ। ਰੋਵਣ ਵਾਲੇ ਜਿਤਨੇ ਸਭ ਬੰਨ੍ਹੈ ਪੰਡ ਪਰਾਲ। ਪਰਾਲ ਮਨੇ ਪਰਾਲੀ, ਐਂ ਸਮਝੋ ਪਰਾਲੀ ਦੀਆਂ ਪੰਡਾਂ ਬੰਨ੍ਹੇ, ਭਾਵ ਵਿਅਰਥ ਕੰਮ ਕਰਨ। ਭਾਵ ਜੇ ਪਰਾਲੀ ਹੁੰਦੀ ਤਾਂ ਲੋਕ ਸਾੜਦੇ ਕਿਉਂ? ਇਹਨੂੰ ਲੋਕ ਸਾੜਦੇ ਵੀ ਐਵੇਂ ਹੀ ਹੈ, ਇਹਨੂੰ ਸਾੜੋ ਅਤੇ ਖੇਤ ਖਾਲੀ ਕਰੋ। ਉਹ ਬਹੁਤ ਘੱਟ ਲੋਕ ਨੇ ਜਿਹੜੇ ਪਰਾਲੀ ਦੀਆਂ ਗੰਢਾਂ ਬੰਨ੍ਹ ਕੇ ਫੈਕਟਰੀਆਂ 'ਚ ਲੈ ਕੇ ਵੇਚਦੇ ਨੇ, ਉਹ ਘੱਟ ਨੇ। ਬਹੁਤੀ ਤਾਂ ਐਵੇਂ ਬਸ ਪਰਾਲੀ ਨੂੰ ਸਾੜਨ ਵਾਲੇ ਹੁੰਦੇ ਨੇ।
ਹੁਣ ਸਾੜਨ ਤੇ ਕਿਉਂ ਸ਼ੁਰੂ ਹੋਇਆ? ਜਦੋਂ ਅਸੀਂ ਛੋਟੇ ਹੁੰਦੇ ਸੀ, ਜੀਰੀ ਹੋਈ ਥੋੜ੍ਹੀ ਹੁੰਦੀ ਸੀ, ਉਹ ਡੰਗਰਾਂ ਨੂੰ ਕੁਤਰ ਕੇ ਜਿਹੜਾ ਹਰੇ ਦੇ ਵਿੱਚ ਪਰਾਲੀ ਕੁਤਰ ਰਲਾ ਕੇ ਡੰਗਰਾਂ ਨੂੰ ਪਾ ਦੇਗਾ। ਪਰਾਲੀ ਕਰਾਰੀ ਹੁੰਦੀ, ਨਮਕੀਨ ਹੁੰਦੀ ਹੈ। ਪਰਾਲੀ ਜਿਹੜੀ ਹੈ ਜੇ ਕੁਤਰ ਕੇ ਡੰਗਰਾਂ ਪਾਉਣੇ, ਨਮਕੀਨ ਹੁੰਦੀ ਹੈ। ਉਹ ਹਰੇ ਦੇ ਵਿੱਚ ਰਲਾ ਕੇ ਖਵਾ ਕੇ ਡੰਗਰ ਬੜੇ ਪਿਆਰ ਨਾਲ ਖਾਂਦੇ ਸਨ। ਪਰ ਹੁਣ ਕਿਉਂਕਿ ਜ਼ਿਆਦਾ ਹੈਗਾ ਅਤੇ ਡੰਗਰ ਲੋਕਾਂ ਕੋਲ ਘੱਟ ਨੇ, ਪਰਾਲੀ ਜ਼ਿਆਦਾ ਹੈ, ਇਸ ਲਈ ਕਾਰਖਾਨੇ ਦੂਰ ਹੋਣ ਕਰਕੇ, ਕਾਰਖਾਨੇ ਪਰਾਲੀ ਤੋਂ ਬਿਜਲੀ ਤਿਆਰ ਕਰਨ ਵਾਲੇ ਕਾਰਖਾਨੇ ਥੋੜ੍ਹੇ ਨੇ, ਜਿਹੜੇ ਹੈਗੇ ਉਹ ਬਹੁਤ ਦੂਰ ਨੇ। ਜਿਵੇਂ ਮੰਨ ਲਓ ਪਹਿਲਾਂ ਤਾਂ ਰਖੜੇ ਖੰਡ ਮਿਲ ਸੀ, ਉਹ ਬੰਦ ਹੋ ਗਈ। ਹੁਣ ਸਿਰਫ ਮੋਰਿੰਡੇ ਹੈ। ਕੌਣ ਐਡੀ ਦੂਰ ਗੰਨਾ ਲੈ ਕੇ ਜਾਵੇ ਜਾਂ ਮਲੋਹ ਲੈ ਕੇ ਜਾਵੇ ਜੀ? ਉਹ ਬਿਜਲੀ ਲੋਕ ਹਟ ਗਏ। ਹੁਣ ਪਰਾਲੀ ਨੂੰ ਵਿਅਰਥ ਸਮਝ ਜਾਂਦੇ, ਐਂ ਸਮਝੋ ਪਰਾਲੀ ਦੀਆਂ ਪੰਡਾ ਬਣ ਪਾ ਵਿਅਰਥ ਕੰਮ ਕਰ ਰਹੇ। ਸੋ ਰੋ ਰਹੇ, ਜਿਹੜੇ ਰੋ ਰਹੇ ਨੇ, ਉਹਨਾਂ ਦੇ ਰੋਣ ਦਾ ਉਹਨੂੰ ਤਾਂ ਕੋਈ ਫਾਇਦਾ ਕੋਈ ਨਹੀਂ ਹੈਗਾ। ਰੋ ਰਹੇ ਨੇ, ਉੱਚੀ ਉੱਚੀ ਰੋ ਰਹੇ, ਪਿੱਠ ਸਿਆਪਾ ਕਰ ਰਹੇ ਹਨ, ਪਰ ਉਹਨੂੰ ਕੀ ਫਾਇਦਾ? ਉਹ ਤਾਂ ਇੰਝ ਪਰਾਲੀ ਦੇ ਪੰਡਾ ਬਣ ਰਿਹਾ, ਭਾਵ ਵਿਅਰਥ, ਭਾਵ ਵਿਅਰਥ ਕੰਮ ਕਰ ਰਹੇ ਰੋਣ ਵਾਲੇ। ਸਭ ਕੋ ਆਖੈ ਬਹੁਤ ਬਹੁਤ, ਘੱਟ ਨਾ ਆਖੈ ਕੋਇ, ਕੀਮਤ ਕਿਨੇ ਨਾ ਪਾਈਆ। ਕੀਮਤ ਇੱਕ ਵਚਨ ਹੈ। ਕੀਮਤ ਕਿਨੇ ਨਾ ਪਾਈਆ, ਕਹਿਣ ਨਾ ਵੱਡਾ ਹੋਏ, ਸਾਚਾ ਸਾਹਿਬ ਏਕ ਤੂੰ। ਖਿਆਲ ਰੱਖਣਾ ਦੇ, ਕਿਤੇ ਸਾਹਿਬ ਲਿਖਿਆ, ਕਿਤੇ ਸਾਹਿਬ ਲਿਖਿਆ ਹੋਇਆ ਹੈ। ਇਹ ਅਰਥ ਤੇ ਸਾਹਿਬ ਹੀ ਹੈ, ਪਰ ਉਹ ਸਮਤੋਲ ਬਣਾਉਣ ਲਈ ਲਘੂ ਗੁਰੂ ਮਾਤਰਾਵਾਂ ਦਾ, ਇਸ ਲਈ ਕਈ ਥਾਂ ਦੇ ਸਿਹਾਰੀ ਨਹੀਂ ਲਾਈ ਹੈ। ਸਾਚਾ ਸਾਹਿਬ ਏਕ ਤੂੰ, ਹੋਰ ਜੀਆਂ ਕੇਤੇ ਲੋ। ਲੋਏ ਇੱਕ ਵਚਨ ਹੁੰਦਾ, ਲੋ ਬਹੁ ਵਚਨ ਹੁੰਦਾ, ਕਿਉਂਕਿ ਕੇਤੇ ਆ ਗਏ ਨਾ, ਇਸ ਲਈ ਲੋ ਸ਼ਬਦ ਆਇਆ, ਲੋਏ ਨਹੀਂ ਆਇਆ। ਲੱਲੇ ਨੂੰ ਹੋੜਾ ਇਹਦੀ ਨਸਾਰੀ ਲੋਏ, ਮੈਨੇ ਇੱਕ ਲੋਕ, ਆੜੇ ਨਾਲ ਫਿਰ ਬਹੁਜ ਬਣ ਗਏ ਲੋ, ਬਹੁਤੇ ਲੋਕ। ਸਭ ਕੋ ਆਖੈ ਬਹੁਤ ਬਹੁਤ, ਹਰ ਇੱਕ, ਇੱਥੇ ਸਭ ਕੋ ਸਾਰੇ ਨਹੀਂ ਹੈਗਾ, ਭੱਬੇ ਨੂੰ ਔਂਕੜ ਲਾਇਆ ਹੋਇਆ। ਜੇ ਭੱਬੇ ਨੂੰ ਸਿਆਰੀ ਹੁੰਦੀ ਫਿਰ ਆਪਾਂ ਪੜ੍ਹਦੇ ਸਾਰੇ। ਸਭ ਕੋ, ਹਰ ਇੱਕ, ਸਭ ਕੋ ਆਖੈ। ਜੇ ਕਿਤੇ ਸਭ ਭੱਬੇ ਨੂੰ ਸਿਆਰੀ, ਫਿਰ ਸਭ ਕੋ ਆਖੈ, ਫਿਰ ਅੱਗੇ ਸਪੈਲਿੰਗ ਹੋਰ ਹੋ ਜਾਣੇ ਸਨ। ਆੜੇ ਨੂੰ ਕਰਨਾ ਖੱਖਾ, ਹਾਹੇ ਨੂੰ ਸਿਆਰੀ ਹੋ ਜਾਣੀ ਸੀ, ਆਖੈ ਹੋ ਜਾਣਾ ਸੀ। ਇਹ ਹੈ ਆਖੈ, ਇੱਕ ਵਚਨ ਹੈ, ਇਸ ਲਈ ਸਭ ਭੱਬੇ ਨੂੰ ਔਂਕੜ ਲਾ ਕੇ ਇੱਕ ਵਚਨ ਬਣਾਇਆ ਹੋਇਆ ਹੈ। ਮੈਂ ਕਈ ਬੈਠਾ ਸੋਚਦਾ, ਭਾਈ ਗੁਰਦਾਸ ਨੇ ਕਿੰਨੀ ਮਿਹਨਤ ਕੀਤੀ, ਤਾਂ ਹੀ ਇੰਨੇ ਸਾਲ ਲੱਗ ਗਏ। 1601 'ਚ ਲਿਖਣ ਲੱਗੇ, 1604 ਈਸਵੀ ਜਾ ਕੇ ਇਹ 1430 ਅੰਗ ਲਿਖੇ ਗਏ। ਲਿਖਣ 'ਤੇ 3 ਸਾਲ ਲੱਗ ਗਏ। ਗੁਰੂ ਗ੍ਰੰਥ ਸਾਹਿਬ ਲਿਖਣ 'ਤੇ ਹੀ 3 ਸਾਲ ਲੱਗ ਗਏ। ਕਿਉਂ? ਜੋ ਮੈਂ ਦੇਖਦਾ ਵੀ ਦੇਖੋ ਕਿੰਨਾ ਖਿਆਲ ਰੱਖਿਆ ਵੀ ਅੱਗੇ ਆਖਿਆ ਆ ਰਿਹਾ ਹੈ। ਇਸ ਲਈ ਸਭ ਜਿਹੜਾ ਹੈ ਉਹ ਭੱਬੇ ਨੂੰ ਸਿਆਬਾ ਵਚਨ ਨਹੀਂ ਹੋ ਸਕਦਾ, ਆਖਿਆ ਇੱਕ ਵਚਨ ਹੈ, ਇਸ ਲਈ ਸਭ ਨੂੰ ਵੀ ਇੱਕ ਵਚਨ ਬਣਾਇਆ, ਔਂਕੜ ਲਾ ਕੇ ਰੱਖਿਆ। ਬੜਾ ਹੀ ਖਿਆਲ ਰੱਖਿਆ। ਕਿਤੇ ਨਾਨਕ ਨੰਨੇ ਨੂੰ ਕੰਨਾ ਨੰਨਾ ਕੱਕਾ, ਕਿਤੇ ਨਾਨਕ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਹਾਰੀ ਹੈ, ਕਿਤੇ ਨਾਨਕ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ ਹੈ। ਉਚਾਰਨ ਤਿੰਨਾਂ ਦੇ ਨਾਨਕ ਹੈ, ਪਰ ਅਰਥ ਅੱਡ ਹੋਣ ਕਰਕੇ ਉਹਨਾਂ ਦੇ ਸਪੈਲਿੰਗ ਅੱਡ ਕਰਦੇ। ਕਿਤੇ ਕੱਕੇ ਨੂੰ ਔਂਕੜ ਲਾਇਆ, ਕਿਤੇ ਨਹੀਂ ਲਾਇਆ, ਕਿਤੇ ਸਿਹਾਰੀ ਲਾਈ ਹੈ, ਕਿਤੇ ਨਹੀਂ ਲਾਈ। ਅਰਥਾਂ 'ਚ ਫਰਕ ਹੈ, ਉਚਾਰਨ ਉਹੀ ਹੈ। ਇੱਕ ਇੱਕ ਸ਼ਬਦ ਨੂੰ ਮੈਂ ਦੇਖਿਆ ਬੜੇ ਹੀ ਧਿਆਨ ਨਾਲ ਲਿਖਿਆ ਗਿਆ ਹੈ। ਕਿਹੜੀ? ਕਿਉਂਕਿ ਸਾਰੇ ਦੇ ਇੱਕੋ ਸਪੈਲਿੰਗ ਕਰਨੇ ਸਨ, ਚਾਹੇ ਭਗਤਾਂ ਦੀ ਬਾਣੀ ਹੈ, ਵਿਆਕਰਨ ਇੱਕੋ ਹੀ ਸੀ। ਭਗਤਾਂ ਦੇ ਹੁਣ ਹਿੰਦੀ ਵਾਲਿਆਂ ਨੇ ਹੋਰ ਲਿਖਿਆ ਉਹਨੇ ਸਪੈਲਿੰਗ, ਉਹਨੂੰ ਗੁਰਬਾਣੀ ਕਰਨ ਲਈ ਸਪੈਲਿੰਗ ਲਿਖਣ ਲਈ ਜੋ ਨਿਯਮ ਬਣਾਏ ਭਾਈ ਗੁਰਦਾਸ, ਉਹਦੇ ਅਨੁਸਾਰ ਹੀ ਚਾਹੇ ਗੁਰੂ ਨਾਨਕ ਦੀ ਬਾਣੀ ਸੀ
ਅਤੇ ਚਾਹੇ ਕਿਸੇ ਗੁਰੂ ਦੀ ਬਾਣੀ, ਚਾਹੇ ਭਗਤਾਂ ਦੀ ਬਾਣੀ, ਸਾਰਿਆਂ ਨੂੰ ਇੱਕੋ ਨਿਯਮ ਅਨੁਸਾਰ ਹੀ ਲਿਖਿਆ ਗਿਆ ਹੈ। ਵਿਆਕਰਨ ਇੱਕੋ ਹੈ। ਹਾਂ, ਇੰਨੇ ਧਿਆਨ ਨਾਲ ਲਿਖਿਆ ਜੀ, ਤਾਂ ਜੋ ਚਾਹੇ ਭਗਤਾਂ ਦੀ ਬਾਣੀ ਹੋਵੇ, ਚਾਹੇ ਗੁਰੂਆਂ ਦੀ ਬਾਣੀ, ਜਿਹੜਾ ਸ਼ਬਦ ਹੈ ਉਹਦਾ ਇੱਕੋ ਹੀ ਅਰਥ ਨਿਕਲੇ, ਅੱਡ ਅੱਡ ਅਰਥ ਨਾ ਨਿਕਲਣ। ਜੇ ਸਪੈਲਿੰਗ ਅੱਡ ਅੱਡ ਹੋ ਗਏ ਫਿਰ ਅਰਥ ਵੀ ਅੱਡ ਅੱਡ ਹੋ ਜਾਂਦੇ ਨੇ। ਇਸ ਲਈ ਬੜੇ ਹੀ ਧਿਆਨ ਨਾਲ ਲਿਖਿਆ ਗਿਆ ਹੈ। ਇਸ ਲਈ ਸਾਨੂੰ ਵੀ ਬੜੇ ਹੀ ਧਿਆਨ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ, ਲਾਪਰਵਾਹ ਹੋ ਕੇ ਨਹੀਂ ਪੜ੍ਹਨੀ ਚਾਹੀਦੀ। ਕਿੰਨੀ ਮਿਹਨਤ ਉਹਨਾਂ ਨੇ ਕੀਤੀ ਹੈ। ਫਿਰ ਆਬਾਦੀ ਤੋਂ ਦੂਰ ਥੋੜ੍ਹਾ ਜਿਹਾ, ਭਾਵੇਂ ਹੁਣ ਤਾਂ ਇਲਾਕਾ ਆਬਾਦੀ ਦੇ ਵਿੱਚ ਆ ਗਿਆ ਹੈ, ਰਾਮਸਰ ਸਰੋਵਰ ਆਬਾਦੀ ਦੇ ਪਰਲੇ ਪਾਸੇ ਸੀ। ਐਕਚੁਅਲੀ ਹਰਿਮੰਦਰ ਸਾਹਿਬ ਦੇ ਪਰਲੇ ਪਾਸੇ ਆਬਾਦੀ ਸੀ, ਜਿਹਨੂੰ ਗੁਰੂ ਕੇ ਮਹਿਲ ਕਹਿੰਦੇ ਨੇ। ਆਪ ਜੀ ਗਏ ਹੋਗੇ ਗੁਰੂ ਕੇ ਮਹਿਲ, ਜਿੱਥੇ ਗੁਰੂ ਮਹਾਰਾਜ ਤੀਸਰੇ ਪਾਤਸ਼ਾਹ ਨੇ ਆ ਕੇ ਨਿਸ਼ਾਨੀ ਲਾਈ ਕਿ ਇੱਥੇ ਨਗਰ ਵਸਾਓ। ਫਿਰ ਗੁਰੂ ਮਹਾਰਾਜ ਨੇ ਚੌਥੇ ਪਾਤਸ਼ਾਹ ਨੇ 'ਤੇ ਆਪਣਾ ਘਰ ਬਣਾਇਆ ਰਹਿਣ ਲਈ। ਉੱਥੇ ਫਿਰ ਪੰਚਮ ਪਾਤਸ਼ਾਹ, ਉੱਥੇ ਹੀ ਛੇਵੇਂ ਪਾਤਸ਼ਾਹ, ਉੱਥੇ ਹੀ ਨੌਵੇਂ ਪਾਤਸ਼ਾਹ, ਇੰਨੇ ਗੁਰੂ ਉਸ ਸਥਾਨ 'ਤੇ ਰਹੇ। ਉਹਨੂੰ ਕਹਿੰਦੇ ਗੁਰੂ ਕੇ ਮਹਿਲ। ਉਹ ਪੀੜ੍ਹੀਆਂ ਪੀੜ੍ਹੀਆਂ ਗਲੀਆਂ ਨੇ ਹੈ, ਉਹ ਇਲਾਕਾ ਸਾਰਾ ਵਸਾ ਸੀ, ਜਿਹਨੂੰ ਗੁਰੂ ਕਾ ਚੱਕ, ਨਾਨਕੀ ਚੱਕ ਜੋ ਵੀ ਕਹਿੰਦੇ ਸੀ। ਉਰਲਾ ਸ਼ਹਿਰ ਦੇ ਬਾਅਦ 'ਚ ਵਸਿਆ ਹੈ, ਫਿਰ ਹੌਲੀ ਆਬਾਦੀ ਵਧੀ ਗਈ। ਅਤੇ ਉਰਲੇ ਪਾਸੇ ਆ ਕੇ ਜਿੱਧਰ ਨੂੰ ਜਿਹੜਾ ਹੈ ਆਪਣਾ ਸ਼ਹੀਦਾਂ ਦਾ ਗੁਰਦੁਆਰਾ ਹੈ, ਉਹ ਅੱਧ ਵਿਚਲੇ ਜਾ ਕੇ ਰਾਮਸਰ ਸਰੋਵਰ ਹੈ, ਉਹ ਉਸ ਦੇ ਕੰਢੇ 'ਤੇ ਫਿਰ ਟੈਂਟ ਲਾ ਕੇ ਫਿਰ ਪਹਿਲਾਂ ਸਾਰੀ ਬਾਣੀ ਨੂੰ ਸੀਰੀਅਲ ਵਾਈਜ਼ ਕੀਤਾ ਵੀ ਪਹਿਲਾਂ ਕਿਹੜੇ ਗੁਰੂ ਦੀ ਬਾਣੀ ਲਿਆਉਣੀ ਹੈ, ਫਿਰ ਕਿਹੜੇ ਗੁਰੂ ਦੀ ਲਿਆਉਣੀ ਹੈ, ਫਿਰ ਭਗਤਾਂ 'ਚੋਂ ਕਿਹੜੇ ਭਗਤ ਦੀ ਪਹਿਲਾਂ ਬਾਣੀ ਲਿਆਉਣੀ ਹੈ, ਫਿਰ ਕਿਹੜੇ ਭਗਤ ਦੀ ਬਾਅਦ 'ਚ ਲਿਆਉਣੀ ਹੈ। ਫੈਸਲੇ ਕੀਤੇ ਪਹਿਲਾਂ ਕਿਹੜਾ ਰਾਗ ਪਹਿਲਾਂ ਲਿਆਉਣਾ, ਫਿਰ ਕਿਹੜਾ ਰਾਗ ਲਿਆਉਣਾ, ਫਿਰ ਕਿਹੜਾ ਰਾਗ ਲਿਆਉਣਾ। ਉਹ ਸਾਰਾ ਕਰਕੇ ਉਸ ਨੂੰ ਸੀਰੀਅਲ ਵਾਈਜ਼ ਕਰਕੇ ਫਿਰ ਲਿਖਣਾ ਸ਼ੁਰੂ ਕੀਤਾ। ਫਿਰ ਜਦ ਲਿਖ ਲੈਂਦੇ ਸਨ, ਫਿਰ ਪੰਚਮ ਪਾਤਸ਼ਾਹ ਨੂੰ ਚੈੱਕ ਕਰਦੇ ਸਨ। ਕਿਤੇ ਲਿਖਿਆ ਹੈ ਸ਼ੁੱਧ ਕੀਚੈ, ਕਿਤੇ ਲਿਖਿਆ ਸ਼ੁੱਧ, ਉਹ ਤਾਂ ਨੋਟ ਦਿੱਤਾ, ਉਹ ਜੇ 'ਤੇ ਛਾਪ ਦਿੱਤਾ ਕਿ ਨਾਲ ਉਹ ਗੱਲ ਵੱਖਰੀ ਹੈ। ਉਹਦੇ ਨੋਟ ਸੀ ਵੀ ਸ਼ੁੱਧ ਕੀਚੈ, ਵੀ ਸ਼ੁੱਧ ਕਰੋ, ਸ਼ੁੱਧ ਵੀ ਹਾਂ ਇਹ ਸ਼ੁੱਧ ਹੈ। ਜਿੱਥੇ ਗਲਤੀ ਰਹੇਗੀ ਉਹਨਾਂ ਨੂੰ ਕਹਤੇ ਦੁਬਾਰਾ ਠੀਕ ਕਰੋ ਜੀ। ਸਾਰਾ ਚੈੱਕ ਕਰਕੇ ਪੰਚਮ ਪਾਤਸ਼ਾਹ ਨੇ ਫਿਰ ਜਿਹੜਾ ਹੈ ਇਹ ਬਾਈਂਡਿੰਗ ਲਈ ਦਿੱਤਾ ਸੀ। ਉਦੋਂ ਹੱਥ ਨਾਲ ਲਿਖਿਆ ਕਰਦੇ ਸਨ। ਜਿਹੜੀ ਪਹਿਲੀ ਬੀੜ ਤਿਆਰ ਕੀਤੀ ਸੀ ਉਹ ਤਾਂ ਕਈ ਕਿਲੋ ਦੀ ਸੀ, ਉਹ ਤਾਂ ਬਹੁਤ ਭਾਰੀ ਸੀ। ਅਤੇ ਮੈਂ ਹੈਰਾਨ ਸੀ, ਬਾਬਾ ਬੁੱਢਾ ਜੀ ਐਡੀ ਵੱਡੀ ਉਮਰ ਦੇ ਵਿੱਚ ਵੀ ਜਿਹੜਾ ਹੈ ਉਹ ਬੀੜ ਚੱਕੀ ਹੋਈ ਸਿਰ 'ਤੇ, ਐਡੀ ਵੱਡੀ ਉਮਰ ਦੇ ਵਿੱਚ ਇੰਨੀ ਭਾਰੀ। ਇਸ ਦਾ ਹੁਣ ਕੁਝ ਕਿਲੋ ਭਾਰੀ ਹੈ ਅਤੇ ਇਹੀ ਅਗਲਾ ਔਖਾ ਜਿਹਾ ਹੋ ਜਾਂਦਾ ਹੈ। ਇੱਕ ਹੱਥ ਨਾਲ ਮਸਾ ਫੜ ਜੇ, ਇੱਕ ਹੱਥ ਨਾਲ ਠੀਕ ਕਰਦਾ ਬਹੁਤ, ਕਿਉਂ ਸਾਈਜ਼ ਬਹੁਤ ਵੱਡਾ ਸੀ ਅਤੇ ਕਾਗਜ਼ ਉਹਦਾ ਬਹੁਤ ਭਾਰਾ ਹੋਇਆ, ਕਿ ਮੋਟਾ ਮੋਟਾ ਕਾਗਜ਼ ਹੋਇਆ ਕਰਦਾ ਸੀ। ਬਹੁਤ ਭਾਰ ਸੀ ਉਸ ਬੀੜ ਦਾ, ਜਿਹੜੀ ਕਰਤਾਰਪੁਰ ਪਈ ਹੈ ਧੀਰ ਮੱਲੀਆਂ ਦੇ ਕੋਲ। ਖੈਰ, ਸੋ ਗੱਲ ਚੱਲ ਪਈ ਸੀ ਵੀ ਆਖੈ ਆਇਆ ਹੈ, ਆਖੈ ਇੱਕ ਵਚਨ ਹੈ। ਇਸ ਤੋਂ ਪਹਿਲਾਂ ਜਿਹੜਾ ਲੱਗਾ ਹੈ ਪ੍ਰੋਨਾਊਨ, ਉਹ ਸਭ ਭੱਬੇ ਨੂੰ ਔਂਕੜ ਲਾ ਕੇ ਇੱਕ ਵਚਨ ਬਣਾਇਆ ਹੈ। ਸਭ ਕੋ ਆਖੈ ਬਹੁਤ ਬਹੁਤ, ਘੱਟ ਨਾ ਆਖੈ ਕੋਈ। ਸਾਰੇ ਪਰਮਾਤਮਾ ਨੂੰ ਬਹੁਤ ਬਹੁਤ ਆਖਦੇ ਨੇ, ਘੱਟ ਤਾਂ ਕੋਈ ਵੀ ਨਹੀਂ ਕਹਿੰਦਾ। ਇਹ ਨਹੀਂ ਕਹਿੰਦਾ ਪਰਮਾਤਮਾ ਛੋਟਾ ਹੈ, ਵੱਡਾ ਵੱਡਾ, ਬਹੁਤ ਵੱਡਾ ਬਹੁਤ ਵੱਡਾ ਕਹਿੰਦੇ। ਕੀਮਤ ਕਿਨੇ ਨਾ ਪਾਈ ਹੈ, ਪਰ ਉਹਦੀ ਕੀਮਤ ਕੋਈ ਨਹੀਂ ਪਾ ਸਕਿਆ। ਕਹਿਣ ਨਾਲ ਵੱਡਾ ਹੋਏ, ਕਹਿਣ ਨਾਲ ਉਹਨੇ ਵੱਡਾ ਨਹੀਂ ਹੋ ਜਾਣਾ, ਉਹ ਤਾਂ ਪਹਿਲਾਂ ਹੀ ਵੱਡਾ ਹੈ। ਸਾਡੇ ਕਹਿਣ ਨਾਲ ਨਾ ਪਰਮਾਤਮਾ ਨੇ ਵੱਡੇ ਹੋ ਜਾਣਾ, ਨਾ ਉਹਨੇ ਛੋਟੇ ਹੋ ਜਾਣਾ। ਉਹ ਤਾਂ ਜਿੱਡਾ ਹੈ ਓਡਾ ਹੀ ਉਸਨੇ ਰਹਿਣਾ ਹੈ। ਇਸ ਲਈ ਸਾਡੇ ਕਹਿਣ ਨਾਲ ਉਸਨੇ ਵੱਡਾ ਨਹੀਂ ਹੋਣਾ। ਸਾਚਾ ਸਾਹਿਬ ਏਕ ਤੂੰ, हे ਪਰਮਾਤਮਾ ਤੂੰ ਹੀ ਸਦਾ ਰਹਿਣ ਵਾਲਾ ਮਾਲਕ ਹੈ। ਸਾਹਿਬ ਮਾਲਕ, ਸਾਚਾ ਸਦਾ ਰਹਿਣ ਵਾਲਾ। ਹੋਰ ਜੀਆਂ ਕੇਤੇ ਲੋ, ਹੋਰ ਇਹਨਾਂ ਕਿੰਨੇ ਹੀ ਧਰਤੀਆਂ ਨੇ, ਕਿੰਨੇ ਹੀ ਜੀਵ ਨੇ, ਕਿਸੇ ਨੂੰ ਵੀ ਸਦਾ ਨਹੀਂ ਰਹਿਣਾ,
ਕਿਸੇ ਨੇ ਵੀ ਸਦਾ ਨਹੀਂ ਰਹਿਣਾ। ਸਦਾ ਰਹਿਣ ਵਾਲਾ ਇੱਕ ਪਰਮਾਤਮਾ ਸਾਹਿਬ ਹੈ, ਉਹੀ ਸਦਾ ਰਹਿਣ ਵਾਲਾ। ਹੋਰ ਬੜੇ ਇੱਥੇ ਜੀਵ ਅਤੇ ਬੜੇ ਲੋਕ ਪ੍ਰਿਥਵੀਆਂ ਬਣੀਆਂ ਗਈਆਂ। ਅੱਗੇ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਚਚਨ ਬਿਹਾਰੀ ਬਿੰਦੀ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ, ਤਿੱਥੈ ਨਦਰ ਤੇਰੀ ਬਖਸ਼ੀਸ਼। ਬਖਸ਼ੀਸ਼ ਫਾਰਸੀ ਦਾ ਸ਼ਬਦ ਹੈ। ਖੱਖੇ ਦੇ ਪੈਰ 'ਚ ਵੀ ਬਿੰਦੀ ਅਤੇ ਦੋਨਾਂ ਸੱਸਿਆਂ ਦੇ ਪੈਰ 'ਚ ਵੀ ਬਿੰਦੀ ਲਾ ਕੇ ਬੋਲਣੀ ਬਖਸ਼ੀਸ਼। ਬਖਸ਼ਿਸ਼ ਤੋਂ ਬਣਿਆ। ਨੀਚਾਂ ਅੰਦਰ ਨੀਚ ਜਾਤ, ਜਿਹੜੇ ਨੀਵਿਆਂ ਦੇ ਵਿੱਚੋਂ ਨੀਵੇਂ ਹਨ। ਨੀਚੀ ਹੂੰ ਅਤ ਨੀਚ, ਅਤੇ ਨੀਵਿਆਂ ਦੇ ਵਿੱਚ ਜਿਹੜੇ ਅਤੀ ਨੀਵੇਂ ਹਨ। ਨਾਨਕ ਤਿਨ ਕੈ ਸੰਗ ਸਾਥ, ਕਹਿੰਦੇ ਮੈਂ ਤਾਂ ਉਹਨਾਂ ਦਾ ਸੰਗੀ ਹਾਂ, ਮੈਂ ਤਾਂ ਉਹਨਾਂ ਦਾ ਸਾਥੀ ਹਾਂ। ਵੱਡਿਆਂ ਸਿਉ ਕਿਆ ਰੀਸ, ਵੱਡਿਆਂ ਨਾਲ ਸਾਡਾ ਕਾਹਦਾ ਰੀਸ ਹੈ, ਕਾਹਦਾ ਮੇਲ ਮਿਲਾਪ ਹੈ। ਜਿਹਨਾਂ ਲੋਕ ਨੀਚ ਕਹਿੰਦੇ ਨੇ, ਨਿਮਾਣੇ ਨਿਤਾਣੇ ਘਟੀਆ ਕਹਿੰਦੇ ਨੇ, ਨੀਵੀਂ ਜਾਤ ਦੇ ਕਹਿੰਦੇ ਨੇ। ਨੀਵਿਆਂ ਦੇ ਵਿੱਚੋਂ ਜਿਹੜੇ ਅਤੀ ਨੀਵੇਂ ਹਨ, ਕਹਿੰਦੇ ਅਸੀਂ ਤਾਂ ਉਹਨਾਂ ਦੇ ਸੰਗੀ ਸਾਥੀ। ਜਿਹੜੇ ਆਪਣੇ ਆਪ ਨੂੰ ਵੱਡੇ ਕਹਿੰਦੇ ਨੇ, ਸਾਨੂੰ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਜਿੱਥੈ ਨੀਚ ਸੰਭਾਲੀਆਂ ਨਾ, ਤਿੱਥੈ ਨਦਰ ਤੇਰੀ ਬਖਸ਼ੀਸ਼। ਜਿੱਥੇ ਵੀ ਨੀਚਾਂ ਦੀ ਸੰਭਾਲ ਕੀਤੀ ਜਾਂਦੀ ਹੈ, ਹੇ ਪਰਮਾਤਮਾ, ਉੱਥੇ ਤੇਰੀ ਨਜ਼ਰ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉੱਥੇ ਤੇਰੀ ਬਖਸ਼ਿਸ਼ ਹੁੰਦੀ ਹੈ। ਜਿੱਥੇ ਨਿਮਾਣਿਆਂ ਨਿਤਾਣੇ ਦੀ ਸੰਭਾਲ ਕੀਤੀ ਜਾਂਦੀ ਹੈ, ਉੱਥੇ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉੱਥੇ ਤੇਰੀ ਬਖਸ਼ਿਸ਼ ਹੁੰਦੀ ਹੈ। ਤਾਂ ਹੀ ਸਿੱਖ ਧਰਮ ਦੇ ਵਿੱਚ ਜਿਹੜਾ ਹੈ ਦਸਵੰਧ ਇਸ ਲਈ ਕੱਢਣ ਦਾ ਕਿ ਜਿਹੜੇ ਲੋੜਵੰਦ ਨੇ, ਨਿਮਾਣੇ ਨੇ, ਨਿਤਾਣੇ ਨੇ ਵਿਚਾਰੇ ਹੈ, ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਅੱਗੇ ਕਹਿੰਦੇ ਸ਼੍ਰੀ ਰਾਗ ਮਹਿਲਾ ਪਹਿਲਾ। ਲਵ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਾਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਹੇ ਪਰਮਾਤਮਾ, ਮੇਰੇ ਕਰਮ ਕੀ ਨੇ? ਲਵ ਕੁੱਤਾ, ਮੇਰੇ ਅੰਦਰ ਲਾਲਚ ਰੂਪੀ ਕੁੱਤਾ ਹੈ। ਕੁੱਤੇ ਦੀ ਲਾਲਚੀ ਕਿਹਾ ਗਿਆ। ਸਾਰੇ ਪਸ਼ੂਆਂ ਦੇ ਵਿੱਚੋਂ ਲਾਲਚੀ ਪਸ਼ੂ ਕੁੱਤਾ ਹੀ ਮੰਨਿਆ ਗਿਆ। ਗੁਰਬਾਣੀ ਨੇ ਵੀ ਉਹ ਨਹੀਂ ਮੰਨਿਆ। ਇੰਗਲਿਸ਼ ਵਾਲੇ ਗਰੀਡੀ ਡੌਗ ਕਹਿੰਦੇ ਨੇ, ਆਹ ਕਹਾ ਲਾਲਚੀ ਕੁੱਤਾ। ਗੁਰਬਾਣੀ 'ਚ ਵੀ ਲਾਲਚ ਨੂੰ ਕੁੱਤਾ 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 ਕਿਹਾ ਗਿਆ। ਮੇਰੇ ਅੰਦਰ ਲਾਲਚ ਰੂਪੀ ਕੁੱਤਾ ਹੈ। ਅਤੇ ਕੁੱਤੇ ਦਾ ਕੰਮ ਤਾਂ ਭੌਂਕਣਾ, ਹੋਰ ਲਿਆਓ ਹੋਰ ਲਿਆਓ। ਕੁੱਤੇ ਦਾ ਕੰਮ ਭੌਂਕਣਾ। ਮੇਰੇ ਅੰਦਰ ਲਾਲਚ ਭੌਂਕਦਾ ਰਹਿੰਦਾ ਹੈ। ਭਾਵ ਮੇਰਾ ਮਨ ਬਹੁਤ ਲਾਲਚੀ ਹੈ, ਹਰ ਵਕਤ ਮਾਇਆ ਲਈ ਭੌਂਕਦਾ ਰਹਿੰਦਾ। ਮੇਰੇ ਅੰਦਰ ਲਵ ਰੂਪੀ ਕੁੱਤਾ ਹੈ, ਕੂੜ ਰੂਪੀ ਚੂੜਾ ਹੈ। ਚੂੜਾ ਭੰਗੀ ਨੂੰ ਕਹਿੰਦੇ ਨੇ। ਠੱਗ ਖਾਧਾ ਮੁਰਦਾਰ, ਲੋਕਾਂ ਨੂੰ ਠੱਗ ਕੇ ਖਾਣਾ, ਇਹ ਮੇਰੇ ਅੰਦਰ ਮੁਰਦਾਰ ਹੈ, ਡੈਡ ਬੋਡੀ ਹੈ। ਮੁਰਦੇ ਨੂੰ ਕਹਿੰਦੇ ਮੁਰਦਾਰ। ਮੁਰਦਾਰ ਦਾ ਦੂਜਾ ਅਰਥ ਹੈ ਹਰਾਮ ਦੀ ਕਮਾਈ। ਭਾਵ ਮੈਂ ਲੋਕਾਂ ਨੂੰ ਠੱਗ ਠੱਗ ਕੇ ਹਰਾਮ ਦੀ ਕਮਾਈ ਖਾਂਦਾ ਹਾਂ, ਝੂਠ ਬੋਲਦਾ ਹਾਂ, ਲਾਲਚ ਕਰਦਾ ਹਾਂ। ਪਰ ਨਿੰਦਾ, ਪਰਾਈ ਨਿੰਦਿਆ, ਪਰ ਮਾਲ ਮੁਖ ਸੁਧੀ, ਪਰ ਮੈਨੇ ਬੇਗਾਨੀ, ਮਲ ਮੈਨੇ ਮੈਲ, ਮੁਖ ਸੁਧੀ, ਮੁਖ ਵਿੱਚ ਪੂਰੀ, ਸੁਧੀ ਮੈਨੇ ਪੂਰੀ ਦੀ ਪੂਰੀ। ਪਰਾਈ ਨਿੰਦਿਆ ਕਰਨਾ, ਮੇਰੇ ਮੁਖ ਦੇ ਵਿੱਚ ਮੈਲ ਹੈ। ਭਾਵ ਮੈਂ ਮੁਖ ਨਾਲ ਲੋਕਾਂ ਦੀ ਨਿੰਦਿਆ ਕਰਦਾ ਰਹਿੰਦਾ। ਤਾਂ ਇਹ ਕਹਿੰਦੇ ਨਿੰਦਕ ਜਿਹੜਾ ਹੈ ਉਹ ਲੋਕਾਂ ਦੀ ਮੈਲ ਖਾਂਦਾ ਹੈ। ਮੈਲ ਖਾਂਦਾ, ਲੋਕ ਨਿੰਦਿਆ ਕਰ ਕਰਕੇ ਲੋਕਾਂ ਦੀ ਮੈਲ ਲਾ ਦਿੰਦਾ ਹੈ। ਆਹ ਪੋਲੀਟੀਕਲ ਬੰਦਿਆਂ ਦੇ ਭਾਰ ਨਹੀਂ ਚੜ੍ਹਦਾ ਨਿੰਦਿਆ ਦਾ। ਕਿਉਂ? ਇੱਕ ਪੋਲੀਟੀਕਲ ਬੰਦਾ ਦੂਜੇ ਨੂੰ ਨਿੰਦ ਰਿਹਾ, ਦੂਜਾ ਉਹਨੂੰ ਨਿੰਦ ਰਿਹਾ, ਉਹਨਾਂ ਦਾ ਹਿਸਾਬ ਜਿਹਾ ਬਰਾਬਰ ਹੁੰਦਾ ਰਹਿੰਦਾ ਹੈ। ਉਹਨਾਂ ਬਰਾਬਰ ਹੁੰਦਾ ਰਹਿੰਦਾ, ਇਸ ਲਈ ਉਹਨਾਂ ਨੂੰ ਕੋਈ ਫਰਕ ਪੈਂਦਾ। ਜੇ ਇੱਕ ਨਿੰਦੀ ਜਾਵੇ, ਦੂਜਾ ਅਗਰ ਚੁੱਪ ਰਹੇ, ਫਿਰ ਉਸ 'ਤੇ ਭਾਰ ਚੜ੍ਹੇਗਾ।
ਫਰਕ ਕਰੋ, ਤੁਹਾਡੀ ਕੋਈ ਨਿੰਦਿਆ ਕਰ ਰਿਹਾ ਅਤੇ ਤੁਸੀਂ ਅੱਗੋਂ ਚੁੱਪ ਹੋ, ਤਾਂ ਸਮਝੋ ਉਹ ਜਿਹੜਾ ਨਿੰਦਕ ਹੈ ਤੁਹਾਡੀ ਮੈਲ ਖਾ ਰਿਹਾ, ਤਾਂ ਉਹ ਤੁਹਾਡੀ ਨਿੰਦਿਆ ਕਰੇ, ਤੁਸੀਂ ਉਹਦੀ ਨਿੰਦਿਆ ਕਰ ਰਹੇ ਹੋ, ਹਿਸਾਬ ਬਰਾਬਰ ਹੋ ਰਿਹਾ ਹੈ। ਉਹ ਕੋਈ ਨਹੀਂ, ਫਿਰ ਇੱਕ ਦੂਜੇ ਪਾਪ ਪੂਪ ਚੜ੍ਹ ਦਿਓ, ਹਿਸਾਬ ਬਰਾਬਰ ਕਰੀ ਜਾਂਦੇ ਤੁਸੀਂ। ਇੱਕ ਨੇ ਮੈਨੂੰ ਥੱਪੜ, ਮੈਂ ਉਹਨੂੰ ਥੱਪੜ ਮਾਰਿਆ, ਨਿਬੜ ਗਿਆ ਕੰਮ, ਹਿਸਾਬ ਬਰਾਬਰ ਹੋ ਗਿਆ। ਇੱਕ ਨੇ ਮੈਨੂੰ ਥੱਪੜ ਮਾਰਿਆ ਕਿ ਮੈਂ ਚੁੱਪ ਹਾਂ, ਉਹਦਾ ਕਰਮ ਖੜਾ ਹੋ ਗਿਆ। ਅਗਰ ਮੈਂ ਉਹਨੂੰ ਅੱਗੇ ਥੱਪੜ ਮਾਰਦਾ, ਕਰਮ ਮੁੱਕ ਗਿਆ ਸੀ, ਉਹਦਾ ਨਿਬੜ ਗਿਆ ਸੀ, ਉਹਨੂੰ ਸਜ਼ਾ ਮਿਲ ਗਈ। ਉਹਨੇ ਮੈਨੂੰ ਥੱਪੜ ਮਾਰਿਆ, ਮੈਂ ਕੋਈ ਚੁੱਪ ਹਾਂ, ਕੁਛ ਨਹੀਂ ਕਿਹਾ, ਹੁਣ ਸਿਆਪਾ ਖੜਾ ਹੋ ਗਿਆ, ਉਹਦਾ ਕਰਮ ਖੜਾ ਹੋ ਗਿਆ, ਉਹਨੂੰ ਕਿਸੇ ਜਣੇ ਥੱਪੜ ਖਾਣੇ ਪੈਣਗੇ। ਕਿ ਮਾਰਿਆ ਜਾਏਗਾ ਕਿੱਥੇ? ਅਤੇ ਜੇ ਮੈਨੂੰ ਵੱਜੇ ਅਤੇ ਮੈਂ ਕਿਸੇ ਜਣੇ ਉਹਨੂੰ, ਮੈਂ ਕਿਸੇ ਨੂੰ ਮਾਰਿਆ ਹੋਣਾ, ਹੁਣ ਉਹ ਅਚਾਨਕ ਮੈਨੂੰ ਮਾਰ ਗਿਆ, ਹੁਣ ਮੈਂ ਕੋਈ ਚੁੱਪ ਰਿਹਾ, ਉਹਦਾ ਕਰਮ ਖੜਾ ਹੋ ਗਿਆ, ਉਹ ਹੁਣ ਕੋਈ ਤਿਆਰ ਹੈ ਥੱਪੜ ਖਾਣ ਨੂੰ, ਜਾਏਗਾ ਕਿਤੇ? ਕਈ ਵਾਰੀ ਤੁਸੀਂ ਦੇਖਿਆ ਹੋਣਾ, 100 ਬੰਦਾ ਗਲੀ 'ਚ ਜਾ ਰਿਹਾ, ਅੱਗੋਂ ਇੱਕ ਸ਼ਰਾਬੀ ਆ ਗਿਆ, ਉਹਨੂੰ ਗਲਾ ਕੱਢਣ ਲੱਗਦਾ, ਧਿਆਨ ਦੇਣਾ, ਉਹਨੂੰ ਗਲਾ ਕੱਢਣ ਲੱਗਦਾ। 100 ਨੂੰ ਲੋਕ ਇਕੱਠੇ ਹੋ ਜਾਂਦੇ ਨੇ, ਉਹ 100 ਨੂੰ ਕਹਿਣਗੇ, ਉਹ ਛੱਡ ਯਾਰ ਪਰਾਂ, ਇਹਦਾ ਬੇਵਕੂਫ ਹੈ, ਇਹਨੇ ਪੀਤੀ ਹੋਈ ਹੈ, ਉਹਨੇ ਕੋਈ ਕਸੂਰ ਨਹੀਂ, ਉਹ ਸ਼ਰਾਬੀ ਤੋਂ ਗਾਲਾਂ ਖਾ ਲਈ ਨੇ, ਅਤੇ ਸ਼ਰਾਬੀ ਨੂੰ ਸਜ਼ਾ ਵੀ ਕੋਈ ਨਹੀਂ ਮਿਲੀ। ਹੁਣ ਇਹ ਨਹੀਂ ਪਤਾ, ਹੁਣ ਸ਼ਰਾਬੀ ਲਈ ਤਾਂ ਉਹ ਗਾਲਾਂ ਹੁਣ ਇੱਕ ਕਰਮ ਬਣ ਗਿਆ ਹੈ ਵੀ ਉਹਦਾ ਕਸੂਰ ਕੋਈ ਨਹੀਂ, ਉਹ ਗਲੀ 'ਚ ਜਾ ਰਿਹਾ, ਤੂੰ ਸ਼ਰਾਬੀ ਉਹਨੂੰ ਗਾਲਾਂ ਕੱਢ, ਉਹਦੇ ਇੱਕ ਕਰਮ ਬਣ ਗਿਆ, ਹੁਣ ਉਹਨੂੰ ਗਾਲਾਂ ਪੈਣਗੀਆਂ। ਅਤੇ ਜਿਹੜਾ 100 ਗਾਲਾਂ ਖਾ ਰਿਹਾ, ਉਹਨੇ ਕਦੇ ਕੱਢੀਆਂ ਹੋਣੀਆਂ ਨੇ, ਉਹਨੂੰ ਬਿਨਾਂ ਕਸੂਰ ਤੋਂ ਹੁਣ ਗਾਲਾਂ ਪੈ ਰਹੀਆਂ ਨੇ। ਐਂ ਹੀ ਕਰਮ ਬਣਦੇ ਰਹਿੰਦੇ, ਅਤੇ ਮਨੁੱਖ ਜਨਮਾਂ ਤਰ੍ਹਾਂ ਦਾ ਇਹਨਾਂ ਨੂੰ ਭੋਗਦਾ ਰਹਿੰਦਾ। ਅੱਗੋਂ ਜੇ ਰਿਐਕਸ਼ਨ ਨਾ ਕਰੀਏ ਫਿਰ ਕਰਮ ਨਹੀਂ ਬਣਦਾ। ਜੇ ਰਿਐਕਸ਼ਨ ਕਰੋਗੇ ਫਿਰ ਤਾਂ ਕਰਮ ਬਣ ਗਿਆ ਜਾਂ ਮੁੱਕ ਗਿਆ, ਫਿਰ ਜੋ ਬਰਾਬਰ ਹੋ ਗਏ ਦੋਨੋਂ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਮੇਰੇ ਅੰਦਰ ਲਾਲਚ ਰੂਪੀ ਕੁੱਤਾ ਹੈ, ਝੂਠ ਰੂਪੀ ਜੂੜਾ ਹੈ, ਠੱਗ ਰੂਪੀ ਅੰਦਰ ਮੁਰਦਾ ਹੈ, ਪਰਾਈ ਨਿੰਦਿਆ ਮੇਰੇ ਅੰਦਰ ਮੈਲ ਹੈ, ਮੂੰਹ ਦੀ ਮੇਰੀ ਮੈਲ ਹੈ, ਅਤੇ ਅਗਨ ਕ੍ਰੋਧ ਚੰਡਾਲ, ਕ੍ਰੋਧ ਰੂਪੀ ਅਗਨੀ ਮੇਰੇ ਅੰਦਰ ਚੰਡਾਲ ਹੈ। ਰਸ ਕਸ ਆਪ ਸਲਾਹਣ, ਜੀਵ ਦੇ ਸਵਾਦ ਨੇ, ਇੰਦਰੀਆਂ ਦੇ ਸਵਾਦ ਨੇ, ਰਸ ਕਸ ਆਪ ਸਲਾਹਣਾ, ਆਪਣੇ ਆਪ ਦੀ ਸਿਫਤ ਕਰਦਾ ਰਹਿਣਾ ਮੈਂ। ਇਹ ਕਰਮ ਮੇਰੇ ਕਰਤਾ ਰਹੇ ਪ੍ਰਮਤੇ, ਮੇਰੇ ਕਰਮ ਨੇ, ਮੈਂ ਆਪਣੀ ਵਡਿਆਈ ਆਪ ਕਰਦਾ ਰਹਿਣਾ। ਇੰਦਰੀਆਂ ਦੇ ਰਸਾਂ ਕਸਾਂ 'ਚ ਮੈਂ ਲੱਗਿਆ ਹੋਇਆ, ਮੇਰੇ ਅੰਦਰ ਕ੍ਰੋਧ ਹੈ, ਮੇਰੇ ਅੰਦਰ ਪਰਾਈ ਨਿੰਦਿਆ ਹੈ, ਮੇਰੇ ਅੰਦਰ ਕੂੜ ਹੈ, ਮੇਰੇ ਅੰਦਰ ਲਾਲਚ ਹੈ, ਮੈਂ ਇਹ 'ਤੇ ਕੰਮ ਕਰਦਾ। ਬਾਬਾ ਬੋਲੀਏ ਪਤ ਹੋਏ, ਊਤਮ ਸੇ ਦਰ ਊਤਮ ਕਹੀਏ, ਨੀਚ ਕਰਮ ਬਹਿ ਰੋਏ। ਹੇ ਭਾਈ, ਬੋਲੀਏ ਪਤ ਹੋਏ, ਪਰਮਾਤਮਾ ਦਾ ਨਾਮ ਬੋਲਣ ਨਾਲ ਹੀ ਉਹਦੀ ਵਡਿਆਈ ਕਰਨ ਨਾਲ ਇੱਜ਼ਤ ਮਿਲਦੀ ਹੈ। ਅਸਲ ਇੱਜ਼ਤ ਕਿਹੜੀ? ਜਿਹੜੀ ਪਰਮਾਤਮਾ ਦੇ ਦਰ 'ਤੇ ਮਿਲੇ। ਧਰਮ ਕਹਿੰਦੇ ਅਸਲ ਇੱਜ਼ਤ ਉਹ ਹੁੰਦੀ ਹੈ ਜਿਹੜੀ ਸਾਨੂੰ ਪਰਮਾਤਮਾ ਦੇ ਦਰ 'ਤੇ ਮਿਲੇ। ਸੰਸਾਰ ਦੀਆਂ ਵਡਿਆਈਆਂ 'ਤੇ ਅੱਜ ਸੰਸਾਰ ਵਡਿਆਈ ਕਰਦੇ, ਕੱਲ੍ਹ ਨੂੰ ਨਿੰਦਿਆ ਕਰੇਗਾ। ਇਹ ਸੰਸਾਰ ਹੈ, ਅੱਜ ਤੁਹਾਨੂੰ ਬੱਲੇ ਬੱਲੇ, ਕੱਲ੍ਹ ਤੁਹਾਨੂੰ ਥੱਲੇ ਥੱਲੇ, ਕੱਲ੍ਹ ਥੱਲੇ ਥੱਲੇ। ਤਾਂ ਕਿ ਦੁਨੀਆ ਕੀਆਂ ਵਡਿਆਈਆਂ ਕਵਨੇ ਕੰਮ, ਇਹ ਸੰਸਾਰ ਦੀ ਵਡਿਆਈ ਮੇਰੇ ਕਿਹੜੇ ਕੰਮ ਨੇ? ਇਹ ਤਾਂ ਅੱਜ ਵਡਿਆਈ ਕਰ ਰਹੇ, ਕੱਲ੍ਹ ਨਿੰਦਿਆ ਸ਼ੁਰੂ ਕਰ ਦੇਣਗੇ। ਔਰ ਹੁੰਦਾ ਵੀ ਇਸ ਤਰ੍ਹਾਂ ਹੀ, ਹੁੰਦਾ ਵੀ ਇਸ ਤਰ੍ਹਾਂ ਹੀ। ਜਿਹੜੇ ਪਰਮਾਤਮਾ ਦੇ ਦਰ ਤੋਂ ਵਡਿਆਈ ਮਿਲਦੀ ਹੈ, ਉਸ ਨੂੰ ਕੋਈ ਨਹੀਂ ਮਿਟਾ ਸਕਦਾ, ਉਹ ਸਦਾ ਰਹਿਣ ਵਾਲੀ ਹੁੰਦੀ ਹੈ। ਬਾਬਾ ਬੋਲੀਏ ਪਤ ਹੋਏ, ਇਸ ਲਈ ਪਰਮਾਤਮਾ ਦਾ ਨਾਮ ਬੋਲਣ ਵਾਲੀ ਇੱਜ਼ਤ ਮਿਲਦੀ ਹੈ। ਊਤਮ ਸੇ ਦਰ ਊਤਮ ਕਹੀਏ, ਜਿਹੜੇ ਉੱਤਮ ਨੇ ਨਾ, ਨਾਮ ਜਪਣ ਵਾਲੇ ਨੇ, ਉਹਨਾਂ ਨੂੰ ਹੀ ਪਰਮਾਤਮਾ ਦੇ ਦਰ 'ਤੇ ਉੱਤਮ ਕਿਹਾ ਜਾਂਦਾ ਹੈ। ਨੀਚ ਕਰਮ, ਜਿਹੜੇ ਮਾੜੇ ਕੰਮ ਕਰਨ ਵਾਲੇ ਬਹਿ ਰੋਏ, ਉਹ ਪਰਮਾਤਮਾ ਦਰ 'ਤੇ ਬਹਿ ਕੇ ਰੋਂਦੇ ਰਹਿੰਦੇ ਨੇ, ਕਿਉਂਕਿ ਨੀਚ ਕਰਮ ਕਰਦੇ ਨੇ। ਜਿਹੜੇ ਉੱਤਮ ਕਰਮ ਕਰਦੇ ਨੇ, ਉਹ ਪਰਮਾਤਮਾ ਦੇ ਦਰ 'ਤੇ ਉਹਨੂੰ ਉੱਤਮ ਕਿਹਾ ਜਾਂਦਾ। ਜਿਹੜੇ ਨੀਚ ਕਰਮ ਕਰਨ ਵਾਲੇ ਨੇ, ਉਹ ਰੋਂਦੇ ਰਹਿੰਦੇ ਨੇ। ਇਸ ਲਈ ਇਸ ਤੋਂ ਕੀ ਸਾਫ਼ ਵੀ ਸ਼ੁਭ ਕਰਮ ਕਰਨੇ ਚਾਹੀਦੇ ਨੇ, ਉੱਤਮ ਕਰਮ ਕਰਨੇ ਚਾਹੀਦੇ ਨੇ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ, ਤਾਂ ਜੋ ਪਤ ਹੋਏ, ਸਾਡੀ ਇੱਜ਼ਤ ਹੋਵੇ। ਰਹਾਉ, ਰਸ ਸੋਇਨਾ
ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਏਤੇ ਰਸ ਸਰੀਰ ਕੇ, ਕਹਿ ਕਟ ਨਾਮ ਨਿਵਾਸ। ਰਸ ਚਸਕੇ ਹੁੰਦੇ ਨੇ, ਕਿਸੇ ਨੂੰ ਖਾਣ ਦਾ ਚਸਕਾ ਹੈ, ਕਿਸੇ ਨੂੰ ਪਹਿਨਣ ਦਾ ਹੈ, ਕਿਸੇ ਨੂੰ ਪੀਣ ਦਾ ਹੈ, ਚਸਕੇ ਨੇ ਜੀਵ ਦੇ। ਇਹ ਸਾਡੀ ਇੰਦਰੀਆਂ ਨੇ, ਇਹਨਾਂ ਦੇ ਚਸਕੇ ਨੇ। ਕਈਆਂ ਨੂੰ ਸੋਨੇ ਦਾ ਬੜਾ ਚਸਕਾ ਹੁੰਦਾ ਹੈ, ਸ਼ੌਕ ਨੇ ਆਪਣੇ ਆਪਣੇ। ਕੋਈ ਸੋਨਾ ਇਕੱਠਾਈ ਕਰਨ 'ਤੇ ਲੱਗਾ ਰਹਿੰਦਾ ਹੈ। ਜਿਵੇਂ ਮੈਂ ਇੱਕ ਸਕੂਲ 'ਚ ਸਰਵਿਸ ਕਰਦਾ ਮਹਿੰਦਰਗੜ੍ਹ ਜ਼ਿਲ੍ਹੇ 'ਚ, ਉਹ ਅਖੀਰ ਸਕੂਲ ਸੀ ਉਦੋਂ, ਹਰਿਆਣੇ ਦਾ ਅੱਗੇ ਰਾਜਸਥਾਨ ਸ਼ੁਰੂ ਸੀ। ਉਹ ਇੱਕ ਮੈਨੂੰ ਜਿਹੜਾ ਪ੍ਰਧਾਨ ਸੀ ਉਹ ਹਿਸਟਰੀ ਸੁਣਾਉਣ ਲੱਗ ਗਿਆ ਸਕੂਲ ਦੀ। ਕਹਿੰਦਾ ਜੀ ਇਹ ਜਿਸ ਬੰਦੇ ਨੇ ਸਕੂਲ ਬਣਾਇਆ ਉਹ ਪ੍ਰਾਈਵੇਟ ਸਕੂਲ ਸੀ, ਉਹ ਇਹ ਇੱਕੋ ਬੰਦੇ ਦਾ ਬਣਾਇਆ ਹੋਇਆ ਹੈ। ਬਣਾਇਆ ਪੰਚਾਇਤ ਨੇ, ਪਰ ਪੈਸਾ ਸਾਰਾ ਇੱਕੋ ਬੰਦੇ ਨੇ ਦਿੱਤਾ। ਕਹਿੰਦੇ ਉਹਨੂੰ ਨਾ ਸਿਲਵਰ ਕਿੰਗ ਕਹਿੰਦੇ ਸੀ, ਚਾਂਦੀ ਦਾ ਰਾਜਾ। ਕਹਿੰਦੇ ਉਹਨੇ ਇੱਕ ਵਾਰੀ ਹਿੰਦੁਸਤਾਨ ਦੇ ਸਾਰੇ ਹਿੰਦੁਸਤਾਨ ਦੀ ਚਾਂਦੀ ਇਕੱਲੇ ਨੇ ਖਰੀਦ ਲਈ ਸੀ। ਫਿਰ ਆਪਣੀ ਮਰਜ਼ੀ ਨਾਲ ਮਹਿੰਗੇ ਭਾਅ ਵੇਚੀ, ਬਸ ਫਿਰ ਅਮੀਰ ਹੋ ਗਿਆ, ਉਹ ਅਮੀਰ ਹੋ ਗਿਆ। ਆਹੀ ਖਤਰਾ ਜੱਟਾਂ ਨੂੰ, ਬਈ ਇਹਨਾਂ ਨੇ ਫਸਲ ਸਾਡੀ ਅਮੀਰਾਂ ਨੇ ਖਰੀਦ ਲੈਣੀ ਹੈ, ਫਿਰ ਆਪਣੀ ਮਰਜ਼ੀ ਨਾਲ ਲੋਕਾਂ ਨੂੰ ਵੇਚਣੀ ਹੈ। ਸਾਡੇ ਤੋਂ 15 ਰੁਪਏ ਕਿਲੋ ਲੈ ਕੇ 25-25 ਰੁਪਏ ਕਿਲੋ ਵੇਚਣਗੇ, ਕਿਉਂ ਸਾਰੀ ਇਹਨਾਂ ਕੋਲ ਹੋਣੀ ਹੈ। ਬਲੈਕ ਮਾਰਕੀਟ ਕਈ ਵਾਰ ਇਸ਼ੂ ਹੋ ਜਾਂਦੀ ਕਿ ਨਹੀਂ, ਕਿਸੇ ਚੀਜ਼ ਦੀ ਕਮੀ ਹੋ ਜਾਂਦੀ ਹੈ, ਫਿਰ ਜਿਹੜੇ ਅਮੀਰ ਲੋਕ ਨੇ ਦੁਕਾਨ ਦੇ ਫਟਾਫਟ ਚੀਜ਼ ਨੂੰ ਇਕੱਠਿਆਂ ਕਰਨੀ ਸ਼ੁਰੂ ਕਰ ਦਿੰਦੇ, ਹੋਰ ਕਮੀ ਹੋ ਜਾਂਦੀ ਹੈ। ਖਤਰਾ ਸਭ ਤੋਂ ਵੱਡਾ ਆਹ ਹੈ ਬਈ ਇਹ ਇੰਨੇ ਅਮੀਰ ਨੇ ਕਿ ਇਹਨਾਂ ਸਭ ਕੁਝ ਖਰੀਦ ਲੈਣਾ ਅਤੇ ਫਿਰ ਆਪਣੀ ਮਰਜ਼ੀ ਨਾਲ ਵੇਚਣਾ। ਕਹਿੰਦੇ ਉਹ ਸੀ ਸਿਲਵਰ ਕਿੰਗ। ਪਿੰਡ ਵਾਲਿਆਂ ਸਲਾਹ ਕੀਤੀ ਵੀ ਉਸ ਤੋਂ ਜਾ ਕੇ ਸਹਾਇਤਾ ਮੰਗਦੇ ਵੀ ਸਕੂਲ ਬਣਾਈਏ। ਉਹਦਾ 5000 ਦਾ ਇੱਕ ਬਹੁਤ ਵੱਡਾ ਕਮਰਾ ਬਣਦਾ, ਜਿਸ 50-60 ਵਿਦਿਆਰਥੀ ਬੈਠ ਸਕਦੇ ਸੀ। ਕਹਿੰਦੇ ਅਸੀਂ ਪੰਚਾਇਤ ਵਾਲੇ ਬੰਬੇ ਚਲੇ ਗਏ, ਬੰਬਈ ਰਹਿੰਦਾ ਹੁੰਦਾ ਸੀ, ਇੱਥੋਂ ਚੱਲ ਗਏ ਗੱਡੀ ਰਾਹੀਂ। ਅਸੀਂ ਕਿਹਾ ਜੀ ਸਕੂਲ ਬਣਾਉਣਾ, ਕੋਈ ਸਾਡੀ ਮਦਦ ਕਰੋ। ਉਹ ਕਹਿੰਦਾ ਵੀ ਪਤਾ ਕੀਤਾ ਕਿੰਨੇ ਦਾ ਕਮਰਾ ਬਣਦਾ? ਕਹਿੰਦੇ ਜੀ ਅਸੀਂ ਪਤਾ ਵੀ ਵਧੀਆ ਕਮਰਾ 5000 ਦਾ ਬਣਦਾ ਹੈ। ਉਹ ਕਹਿੰਦਾ ਦੇਖੋ ਪ੍ਰਾਇਮਰੀ ਸਕੂਲ ਅਤੇ ਉੱਥੇ ਹੈ ਸਰਕਾਰੀ, 6ਵੀਂ ਤੋਂ ਲੈ ਕੇ 10ਵੀਂ ਤੱਕ 2-2 ਸੈਕਸ਼ਨ ਚਾਹੀਦੇ ਨੇ। ਵੀ 2-2 ਸੈਕਸ਼ਨ ਵਾਲਾ ਸਕੂਲ ਬਣਨਾ, 6ਵੀਂ 7ਵੀਂ 8ਵੀਂ 9ਵੀਂ ਦੇ ਬਈ 10 ਕਮਰੇ ਤਾਂ ਚਾਹੀਦੇ ਕਲਾਸਾਂ ਲਈ। ਇੱਕ ਲਾਇਬ੍ਰੇਰੀ ਵੀ ਚਾਹੀਦੀ ਹੈ, ਠੀਕ ਹੈ, ਦਫ਼ਤਰ ਵੀ ਹੋਏਗਾ, ਸਟਾਫ ਦੇ ਬੈਠਣ ਲਈ ਸਟਾਫ ਰੂਮ ਵੀ ਹੋਵੇਗਾ। ਇਸ ਤਰ੍ਹਾਂ ਉਹਨੇ ਦੱਸਿਆ, ਕਿਉਂ ਪੜ੍ਹੇ ਲਿਖਿਆ ਸੀ। ਕਹਿੰਦੇ ਵੀ ਇੰਨੀ ਉਹਨੇ ਅੰਦਾਜ਼ਾ ਵੀ ਇੰਨੇ ਕਮਰੇ ਚਾਹੀਦੇ ਨੇ, 15 ਕਮਰੇ ਘੱਟ ਤੋਂ ਘੱਟ ਚਾਹੀਦੇ ਹਨ। ਇਹਦਾ ਮਤਲਬ 75,000 ਰੁਪਈਆ ਲੱਗੂ। ਅਸੀਂ ਤਾਂ ਕਿਹਾ ਸੀ ਵੀ 10-15 ਹਜ਼ਾਰ ਸਾਡੀ ਮਦਦ ਕਰ ਦੇਗਾ। ਉਹ ਕਹਿੰਦਾ ਦੇਖੋ ਤੁਹਾਡੇ ਤੋਂ ਸਕੂਲ ਨਹੀਂ ਬਣਨਾ, ਆਹ ਲੈ ਜਾਓ 20,000 ਰੁਪਈਆ, ਤੁਸੀਂ ਬਣਾਉਣਾ ਸ਼ੁਰੂ ਕਰ ਦਿਓ। ਫਿਰ ਜਦੋਂ ਮੁੱਕਣ ਲੱਗਿਆ ਮੈਨੂੰ ਸੀ ਚਿੱਠੀ ਵੀ ਤੁਸੀਂ ਐਡੀ ਦੂਰੋਂ ਨਾ ਆਇਓ, ਤੁਸੀਂ ਮੈਨੂੰ ਚਿੱਠੀ ਪਾ ਦਿਓ, ਮੈਂ ਆਪਣਾ ਬੰਦਾ ਭੇਜੀ ਜਾਵਾਂਗਾ ਪੈਸੇ ਦੇ ਦੇ ਕੇ, ਬਜਾਏ ਕਿ ਤੁਸੀਂ ਆਪਣਾ ਖੇਤੀਬਾੜੀ ਦੇ ਕੰਮ ਛੱਡ ਕੇ ਆਵੋ, ਮੇਰਾ ਬੰਦਾ ਆਇਆ ਕਰੇਗਾ ਤੁਹਾਨੂੰ ਪੈਸੇ ਦੇ ਜਾ ਕਰੇਗਾ। ਕਹਿ ਜੀ ਉਹਨੇ ਫਿਰ ਇਹ 78,000 'ਚ ਉਦੋਂ ਸਕੂਲ ਬਣਿਆ ਸੀ। ਉਹ ਇਕੱਲੇ ਬੰਦੇ ਨਹੀਂ ਬਣਾਤਾ ਸੀ, ਕਿਉਂ? ਉਹ ਮਾਇਆ ਇੰਨੀ ਇਕੱਠੀ ਕਰ ਲਈ, ਸਾਰਾ ਕੁਛ ਆਪਣੇ ਕੰਟਰੋਲ 'ਚ ਕਰੇ, ਫਿਰ ਆਪਣੀ ਮਰਜ਼ੀ ਨਾਲ ਵੇਚਿਆ। ਸੋ ਆਹੀ ਖਤਰਾ ਹੈ। ਤਾਂ ਮੈਂ ਉਹ ਸਕੂਲ ਦੀ ਗੱਲ ਸੁਣਾਈ ਹੈ ਵੀ ਉਹਨੂੰ ਸਿਲਵਰ ਕਿੰਗ ਕਹਿੰਦੇ ਸੀ ਬੰਦੇ ਨੂੰ। ਹਾਂਜੀ, ਇਹੋ ਜਿਹੇ ਬੰਦੇ ਹੋਏ ਨੇ। ਔਰ ਇਹ 1963 ਦੀ ਮੈਂ ਗੱਲ ਸੁਣਾ ਰਿਹਾ। ਸਕੂਲ ਤੋਂ ਉਦੋਂ ਪਹਿਲਾਂ ਦਾ ਬਣਿਆ ਹੋਇਆ ਸੀ, ਪਹਿਲਾਂ ਦਾ ਬਣਿਆ ਹੋਇਆ ਸੀ। ਸੋ ਖਤਰਾ ਆਹ ਹੁੰਦਾ ਹੈ ਜੀ। ਅਤੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਦੂਰ ਦੀ ਸੋਚਦੇ ਨੇ। ਸਾਰੇ ਕਿਸਾਨ ਅਨਪੜ੍ਹ ਨਹੀਂ ਹੈਗੇ, ਪੜ੍ਹੇ ਲਿਖੇ ਵੀ। ਅਤੇ ਫਿਰ ਇੰਨੀ ਉਮਰ ਬੀਤ ਗਈ ਇਹਨਾਂ ਨੂੰ ਦੇਖਦੇ ਹੋਏ ਹਾਲਾਤ, ਉਹ ਤਾਂ ਬਹੁਤਾ ਪਿੱਟਦੇ ਨੇ ਵੀ ਤੁਸੀਂ ਜਿਹੜਾ ਜ਼ਿੰਮੇਵਾਰੀ ਲਵੋ ਕਿ ਅਗਰ ਪ੍ਰਾਈਵੇਟ ਸਾਡੀ ਓਨੀ ਜਿੰਨੀ ਤੁਸੀਂ ਕੀਮਤ ਰੱਖੀ ਹੈ, ਓਨੀ ਕੀਮਤ ਹੈ ਅਗਰ ਇਹ ਪ੍ਰਾਈਵੇਟ ਵਪਾਰੀ ਸਾਡੀ ਫਸਲ ਨਾ ਖਰੀਦਣ, ਤੁਸੀਂ ਖਰੀਦਣੀ ਹੋਵੇਗੀ। ਬਸ ਆਹ ਸਾਨੂੰ ਗਰੰਟੀ ਦੇ ਦਿਓ। ਇੱਥੇ ਬਸ ਸਾਰੀ ਗੱਲ ਅੜੀ। ਖੈਰ
ਗੁਰੂ ਮਹਾਰਾਜ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਕਹਿੰਦੇ ਕਿਸੇ ਨੂੰ ਸੋਇਨੇ ਦਾ ਰਸ ਹੈ, ਰੂਪਾ ਚਾਂਦੀ ਨੂੰ ਕਹਿੰਦੇ ਨੇ। ਪਹਿਲਾਂ ਰੁਪਈਏ ਚਾਂਦੀ ਦੇ ਹੁੰਦੇ ਸੀ, ਇਸ ਲਈ ਉੱਥੋਂ ਬਣ ਗਿਆ ਰੁਪਈਆ। ਇਹ ਰੁਪਈਆ ਐਕਚੁਅਲੀ ਚਾਂਦੀ ਨੂੰ ਕਹਿੰਦੇ ਨੇ, ਅਤੇ ਪਹਿਲਾਂ ਰੁਪਈਆ ਚਾਂਦੀ ਦਾ ਹੁੰਦਾ ਸੀ, ਉਹਦਾ ਨਾਂ ਹੀ ਰੁਪਈਆ ਪੈ ਗਿਆ, ਉਹਦਾ ਨਾਂ ਹੀ ਰੁਪਈਆ ਪੈ ਗਿਆ। ਰੂਪਾ ਮੈਨੇ ਚਾਂਦੀ। ਕਿਸੇ ਨੂੰ ਚਸਕਾ ਸੋਇਨਾ ਇਕੱਠਾ ਕਰਨ ਦਾ ਹੈ, ਕਿਸੇ ਨੂੰ ਚਸਕਾ ਚਾਂਦੀ ਦਾ ਹੈ। ਕਾਮਨ ਕਿਸੇ ਨੂੰ ਔਰਤ ਦਾ ਹੈ। ਰਸ ਪਰਮਲ ਕੀ ਵਾਸ, ਪਰਮਲ ਚੰਦਨ ਨੂੰ ਕਹਿੰਦੇ ਨੇ। ਵਾਸ ਮੈਨੇ ਵਾਸ਼ਨਾ ਸੁਗੰਧੀ, ਅਤੇ ਕਿਸੇ ਨੂੰ ਚੰਦਨ ਦੀ ਸੁਗੰਧੀ ਸਰੀਰ 'ਤੇ ਲਾਉਣ ਦਾ ਰਸ ਹੈ। ਰਸ ਘੋੜੇ, ਕਈਆਂ ਨੂੰ ਘੋੜਿਆਂ ਦਾ ਚਸਕਾ ਹੈ। ਰਸ ਸੇਜਾ, ਅਤੇ ਵਧੀਆ ਬੈੱਡ ਹੋਣ ਉਹਦਾ ਚਸਕਾ ਹੈ। ਮੰਦਰ, ਵਧੀਆ ਘਰ ਹੋਣ ਕਿਸੇ ਨੂੰ ਇਹਦਾ ਚਸਕਾ ਹੈ। ਰਸ ਮੀਠਾ, ਕਿਸੇ ਨੂੰ ਮਿੱਠਾ ਖਾਣ ਦਾ ਚਸਕਾ ਹੈ। ਰਸ ਮਾਸ, ਕਿਸੇ ਨੂੰ ਮਾਸ ਖਾਣ ਦਾ ਚਸਕਾ ਹੈ। ਇਹ ਤੇ ਰਸ ਸਰੀਰ ਕੇ, ਜੇ ਸਰੀਰ ਨੂੰ ਇੰਨੇ ਰਸ ਲੱਗੇ ਹੋਏ ਹੋਣ, ਕਹਿ ਘਟ ਨਾਮ ਨਿਵਾਸ। ਕਹਿ ਮੈਨੇ ਕਿਸ, ਫਿਰ ਕਿਸ ਸਰੀਰ 'ਚ ਨਾਮ ਦਾ ਨਿਵਾਸ ਹੋ ਸਕਦਾ? ਤਾਂ ਹੀ ਕੋਈ ਨਹੀਂ। ਤਾਂ ਹੀ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਸ। ਜੇ ਪਹਿਲੀ ਚੀਜ਼ ਕੱਢ ਦਿਆਂਗੇ ਖਾਲੀ ਭਾਂਡਾ, ਤਾਂ ਹੀ ਦੂਜੀ ਚੀਜ਼ ਆਵੇਗੀ। ਪਹਿਲੇ ਭਾਂਡਾ ਭਰਿਆ ਹੋਇਆ, ਕਿਆ ਕਰੋਗੇ ਜੀ? ਇੰਨੇ ਤਾਂ ਚਸਕੇ ਨੇ। ਨਾਮ ਦਾ ਚਸਕਾ ਕਿਹਨੂੰ ਹੋਣਾ? ਉਦੋਂ ਨੂੰ ਤਾਂ ਖਿਆਲ ਹੀ ਨਹੀਂ ਕਿਸੇ ਦਾ ਜਾਂਦਾ ਨਾਮ ਵਾਲੇ। ਅਤੇ ਨਾਮ ਤਾਂ ਫਿਰ ਪਹਿਲਾਂ ਸ਼ੁਰੂ 'ਚ ਬੱਕ ਬੱਕਾ ਲੱਗਦਾ। ਚਲੋ ਨਾਮ ਰਸਗੁੱਲੇ ਵਰਗਾ ਹੋਵੇ ਤਾਂ ਵੀ ਕੋਈ ਖਾ ਲਿਆ। ਇੱਕ ਹੁੰਦਾ ਸ਼ੂਗਰ ਕੋਟਡ ਗੋਲੀ, ਹੈ ਨਾ, ਉਹ ਉੱਤੋਂ ਮਿੱਠੀ ਦੇ ਵਿੱਚੋਂ ਕੌੜੀ ਹੁੰਦੀ ਹੈ। ਇਹ ਨਾਮ ਵੀ ਗੋਲੀ ਹੈ, ਪਰ ਉੱਤੋਂ ਕੌੜੀ ਹੈ, ਵਿੱਚੋਂ ਮਿੱਠੀ ਹੈ। ਉਹ ਜੋ ਸ਼ੁਰੂ 'ਚ ਅਗਲੇ ਨੂੰ ਕੌੜੀ ਬਕਬਕੀ ਲੱਗਦੀ ਹੈ, ਅਗਲਾ ਨਾਮ ਜਪਣਾ ਛੱਡ ਦਿੰਦਾ। ਜੇ ਕੋਈ ਸਵਾਦ ਨਹੀਂ ਆਉਂਦਾ ਜੀ, ਉਹ ਨੀਂਦ ਆਉਂਦੀ ਹੈ ਜੀ, ਉਹ ਸੁਸਤੀ ਕਿਉਂ ਆਉਂਦੀ ਹੈ? ਕਿਉਂਕਿ ਬਕਬਕੀ ਲੱਗਦੀ ਹੈ। ਆਪਾਂ ਕੋਈ ਵੀ ਚੀਜ਼ ਖਾਈਏ, ਮੰਨ ਲਓ ਬਾਈ ਚਾਂਸ ਕਿਸੇ ਨੇ ਦਾਲ ਸਬਜ਼ੀ ਮੇਰੇ ਅੱਗੇ ਬਣਾ ਕੇ ਰੱਖਤੀ, ਉਹ 'ਚ ਲੂਣ ਪਾਉਣਾ ਭੁੱਲ ਗਏ, ਉਹ ਮੈਨੂੰ ਤਾਂ ਬਕਬਕੀ ਲੱਗੇਗੀ। ਬਾਕੀ ਸਾਰਾ ਕੁਛ ਵਿਚਾਰਿਆਂ ਨੇ ਪਾਇਆ ਹੋਇਆ ਹੈ, ਤੜਕੇ ਫੜਕੇ ਖੂਬ ਲਾਏ ਨੇ, ਪਰ ਉਹ 'ਚ ਲੂਣ ਨਹੀਂ ਪਾਇਆ, ਉਹ ਬਕਬਕੀ ਲੱਗੇ, ਸਵਾਦ ਨਹੀਂ ਲੱਗੇਗਾ। ਐਂ ਜਿਹੜਾ ਨਾਮ ਹੈ, ਇਹ ਬੰਦੇ ਨੂੰ ਬਕਬਕਾ ਲੱਗਦਾ, ਕਿਉਂਕਿ ਦੂਜੀਆਂ ਚੀਜ਼ਾਂ 'ਚ ਉਹਨੂੰ ਰਸ ਜ਼ਿਆਦਾ ਆ ਰਿਹਾ ਹੈ। ਬਾਕੀਆਂ ਚੀਜ਼ਾਂ 'ਚ ਸੋਨੇ 'ਚ ਵੀ ਰਸ ਆ ਰਿਹਾ, ਚਾਂਦੀ 'ਚੋਂ ਨਾ ਆ ਰਿਹਾ, ਔਰਤ 'ਚੋਂ ਆ ਰਿਹਾ ਹੈ, ਪਰਮਲ ਜਿਹੜਾ ਚੰਦਨ 'ਚੋਂ ਆ ਰਿਹਾ ਹੈ, ਘੋੜਿਆਂ 'ਚੋਂ ਆ ਰਿਹਾ ਹੈ, ਵਧੀਆ ਬੈੱਡ ਸੇਜੇ ਉਸ ਤੋਂ ਆ ਰਿਹਾ ਹੈ, ਵਧੀਆ ਘਰਾਂ ਤੋਂ ਆ ਰਿਹਾ, ਮਿੱਠਿਆਂ ਖਾਣਿਆਂ 'ਚੋਂ ਆ ਰਿਹਾ, ਮੀਟ ਖਾਣ 'ਚੋਂ ਆ ਰਿਹਾ। ਕਹਿੰਦੇ ਇੰਨੇ ਰਸ ਇਸ ਸਰੀਰ ਨੂੰ ਲੱਗੇ ਹੋਏ ਨੇ। ਕਹਿ ਘਟ ਨਾਮ ਨਿਵਾਸ, ਅਤੇ ਨਾਮ ਕਿਹੜੇ ਸਰੀਰ 'ਚ ਵਸੇਗਾ? ਨਾਮ ਨੂੰ ਵਸਣ ਲਈ ਤਾਂ ਥਾਂ ਹੀ ਕੋਈ ਨਹੀਂ ਹੈ। ਸੋ ਸਮਾਂ ਹੋ ਰਿਹਾ, ਬਾਕੀ ਵਿਚਾਰਾਂ ਕੱਲ੍ਹ ਨੂੰ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।